ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਰਮਨਜੀਤ ਕੌਰ ਹੈ। ਅੱਜ ਦਾ ਸਾਡਾ ਟੌਪਿਕ ਹੈ ਥਿਊਰੀਜ਼ ਆਫ ਇੰਟਰਨੈਸ਼ਨਲ ਟ੍ਰੇਡ। ਅੰਤਰਰਾਸ਼ਟਰੀ ਵਪਾਰ ਦੇ ਸਿਧਾਂਤ। ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਵਾਟ ਇਜ਼ ਇੰਟਰਨੈਸ਼ਨਲ ਟ੍ਰੇਡ। ਇੰਟਰਨੈਸ਼ਨਲ ਟ੍ਰੇਡ ਹੁੰਦੀ ਕੀ ਆ ਤੇ ਇੰਟਰਨੈਸ਼ਨਲ ਟ੍ਰੇਡ ਨਾਲ ਰਿਲੇਟਡ ਡਿਫਰੈਂਟ ਜਿਹੜੀਆਂ ਥਿਊਰੀਜ਼ ਨੇ ਡਿਫਰੈਂਟ ਇਕੋਨੋਮਿਸਟ ਨੇ ਦਿੱਤੀਆਂ ਨੇ ਤੇ ਇਹਨਾਂ ਦੇ ਵਿੱਚੋਂ ਮੋਸਟ ਇੰਪੋਰਟੈਂਟ ਟੂ ਥਿਊਰੀਜ਼ ਨੇ ਜਿਨ੍ਹਾਂ ਦੇ ਵਿੱਚੋਂ ਫਰਸਟ ਹੈ classical theory of international trade and the second one is ਮਾਡਰਨ ਥਿਊਰੀ ਆਫ ਇੰਟਰਨੈਸ਼ਨਲ ਟ੍ਰੇਡ। ਜਿਹੜੀ ਕਲਾਸੀਕਲ ਥਿਊਰੀ ਆਫ ਇੰਟਰਨੈਸ਼ਨਲ ਟ੍ਰੇਡ ਹੈ ਉਹਦੇ ਵਿੱਚ ਆਪਾਂ ਟੂ ਮੇਨ ਰੀਜ਼ਨ ਡਿਸਕਸ ਕਰਾਂਗੇ ਇੰਟਰਨੈਸ਼ਨਲ ਟ੍ਰੇਡ ਦੇ। ਫਰਸਟ ਇਜ਼ ਐਬਸੋਲਿਊਟ ਐਂਡ ਸੈਕੰਡ ਇਜ਼ ਕੰਪੈਰੀਟਿਵ ਕਾਸਟ ਐਡਵਾਂਟੇਜ ਐਂਡ ਡਿਸਐਡਵਾਂਟੇਜ। ਐਂਡ ਜਿਹੜੀ ਮਾਡਰਨ ਥਿਊਰੀ ਆਫ ਇੰਟਰਨੈਸ਼ਨਲ ਟ੍ਰੇਡ ਹੈ ਉਹਦੇ ਵਿੱਚ ਹੈਕਸ਼ਨ ਓਨਲੀ ਨੇ ਥਿਊਰੀ ਦਿੱਤੀ ਹੈ। ਉਹਦੇ ਵਿੱਚ ਆਪਾਂ ਨੈਕਸਟ ਟੌਪਿਕ ਦੇ ਵਿੱਚ ਜਿਹੜੀ ਹੈਕਸ਼ਨ ਓਨਲੀ ਤੇ ਮਾਡਰਨ ਜਿਹੜੀ ਥਿਊਰੀ ਆਫ ਇੰਟਰਨੈਸ਼ਨਲ ਟ੍ਰੇਡ ਹੈ ਕਰਾਂਗੇ। ਤੇ ਅੱਜ ਆਪਾਂ ਆਪਣਾ ਟੌਪਿਕ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਵਾਟ ਇਜ਼ ਇੰਟਰਨੈਸ਼ਨਲ ਟ੍ਰੇਡ। ਕਿ ਜਿਹੜੀ ਇੰਟਰਨੈਸ਼ਨਲ ਟ੍ਰੇਡ ਹੈ ਉਹ ਕੀ ਹੈ ਤੇ ਸਾਡੀ ਜਿਹੜੀ ਇੰਟਰਨੈਸ਼ਨਲ ਟ੍ਰੇਡ ਹੈ ਉਹਦੀ ਲੋੜ ਕਿਉਂ ਪੈਂਦੀ ਹੈ ਇਕੋਨਮੀ ਦੇ ਵਿੱਚ। ਡਿਫਰੈਂਟ ਕੰਟਰੀਜ਼ ਕਹਿੰਦੇ ਇੱਕ ਦੂਸਰੇ ਦੇ ਨਾਲ ਗੁੱਡਸ ਤੇ ਸਰਵਿਸਿਜ਼ ਨੇ ਜਿਹੜੀਆਂ ਉਹ ਕਿਉਂ ਐਕਸਚੇਂਜ ਕਰਦੀਆਂ ਨੇ। ਤਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਆਪਾਂ ਮੀਨਿੰਗ ਆਫ ਇੰਟਰਨੈਸ਼ਨਲ ਟ੍ਰੇਡ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਜਿਹੜਾ ਇੰਟਰਨੈਸ਼ਨਲ ਟ੍ਰੇਡ ਹੈ ਇਹ ਕਿਸ ਚੀਜ਼ ਨਾਲ ਰਿਲੇਟਡ ਹੈ ਜਿਹਦੇ ਵਿੱਚ ਕੀ ਕੀਤਾ ਜਾਂਦਾ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਐਕਸਚੇਂਜ ਆਫ ਗੁੱਡਸ ਐਂਡ ਸਰਵਿਸਿਜ਼ ਐਂਡ ਫੈਕਟਰ ਅਮੰਗ ਦ ਡਿਫਰੈਂਟ ਕੰਟਰੀਜ਼। ਕਹਿੰਦੇ ਡਿਫਰੈਂਟ ਕੰਟਰੀਜ਼ ਦੇ ਵਿੱਚ ਜਦੋਂ ਗੁੱਡਸ ਨੂੰ ਐਕਸਪੋਰਟ ਇੰਪੋਰਟ ਕੀਤਾ ਜਾਂਦਾ ਹੈ ਜਾਂ ਸਰਵਿਸਿਜ਼ ਦੀ ਐਕਸਚੇਂਜ ਕੀਤੀ ਜਾਂਦੀ ਆ ਜਾਂ ਫਿਰ ਫੈਕਟਰ ਆਫ ਪ੍ਰੋਡਕਸ਼ਨਸ ਜਿਵੇਂ ਕਿ ਲੈਂਡ ਲੇਬਰ ਐਂਡ ਕੈਪੀਟਲ। ਜਿਹੜਾ ਹੈ ਲੈਂਡ ਨੂੰ ਤਾਂ ਚਲੋ ਆਪਾਂ ਨਹੀਂ ਕਰ ਸਕਦੇ ਇੰਪੋਰਟ ਐਕਸਪੋਰਟ ਕਿ ਆਪਣਾ ਕੈਪੀਟਲ ਐਂਡ ਜਿਹੜੀ ਲੇਬਰ ਹੈ ਉਹਨੂੰ ਜਦੋਂ ਐਕਸਚੇਂਜ ਕੀਤਾ ਜਾਂਦਾ ਹੈ ਡਿਫਰੈਂਟ ਕੰਟਰੀਜ਼ ਦੇ ਵਿੱਚ ਤਾਂ ਉਹਨੂੰ ਆਪਾਂ ਕੀ ਕਹਿੰਦੇ ਆ ਇੰਟਰਨੈਸ਼ਨਲ ਟ੍ਰੇਡ ਕਹਿੰਦੇ ਆ। ਕਹਿੰਦੇ ਇੰਟਰਨੈਸ਼ਨਲ ਟ੍ਰੇਡ ਹੈ ਜਿਹੜੀ ਉਹ ਹੁੰਦੀ ਆ ਅਮੰਗ ਦ ਰੈਜ਼ੀਡੈਂਟ ਆਫ ਦ ਡਿਫਰੈਂਟ ਕੰਟਰੀਜ਼। ਡਿਫਰੈਂਟ ਕੰਟਰੀਜ਼ ਦੇ ਵਿੱਚ ਜਿੰਨੇ ਵੀ ਪਰਸਨਸ ਰਹਿੰਦੇ ਨੇ ਜਦੋਂ ਇੱਕ ਦੂਸਰੇ ਨਾਲ ਐਕਸਚੇਂਜ ਕਰਦੇ ਨੇ ਦੈਟ ਇਜ਼ ਦ ਇੰਟਰਨੈਸ਼ਨਲ ਟ੍ਰੇਡ। ਕਹਿੰਦੇ ਇਹਦੇ ਵਿੱਚ ਕਹਿੰਦੇ ਜਦੋਂ ਸੇਲ ਐਂਡ ਪਰਚੇਜ਼ ਆਫ ਗੁੱਡਸ ਕੀਤੀ ਜਾਂਦੀ ਹੈ ਠੀਕ ਹੈ ਡਿਫਰੈਂਟ ਕੰਟਰੀਜ਼ ਦੇ ਥਰੂ ਜਾਂ ਇੱਕੋ ਕੰਟਰੀ ਦੇ ਅੰਦਰ ਵੀ ਜਦੋਂ ਸੇਲ ਐਂਡ ਪਰਚੇਜ਼ ਕੀਤੀ ਜਾਂਦੀ ਤਾਂ ਆਪਾਂ ਕੀ ਕਹਿੰਦੇ ਆ ਟ੍ਰੇਡ ਕਹਿੰਦੇ ਆ। ਟ੍ਰੇਡ ਕੈਨ ਬੀ ਕਲਾਸੀਫਾਈਡ ਐਜ਼ ਇੰਟਰਨਲ ਟ੍ਰੇਡ ਔਰ ਐਕਸਟਰਨਲ ਟ੍ਰੇਡ। ਕਹਿੰਦੇ ਜਿਹੜੀ ਟ੍ਰੇਡ ਹੁੰਦੀ ਆ ਜਿਹਦੇ ਵਿੱਚ ਗੁੱਡਸ ਦੀ ਸੇਲ ਐਂਡ ਪਰਚੇਜ਼ ਹੁੰਦੀ ਆ ਉਹਨੂੰ ਟੂ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ। ਦ ਫਰਸਟ ਇਜ਼ ਇੰਟਰਨਲ ਟ੍ਰੇਡ ਐਂਡ ਦ ਸੈਕੰਡ ਇਜ਼ ਐਕਸਟਰਨਲ ਟ੍ਰੇਡ। ਤਾਂ ਸਭ ਤੋਂ ਪਹਿਲਾਂ ਆਪਾਂ ਇੰਟਰਨਲ ਟ੍ਰੇਡ ਦੇਖਦੇ ਹਾਂ। ਇੰਟਰਨਲ ਟ੍ਰੇਡ ਨੂੰ ਆਪਾਂ ਡੋਮੈਸਟਿਕ ਟ੍ਰੇਡ ਵੀ ਕਹਿੰਦੇ ਆ। ਕਹਿੰਦੇ ਇੰਟਰਨਲ ਟ੍ਰੇਡ ਰੈਫਰਸ ਟੂ ਦ ਟ੍ਰੇਡ ਵਿਚ ਇਜ਼ ਕੈਰੀਡ ਆਊਟ ਇਨ ਡਿਫਰੈਂਟ ਪਲੇਸਿਸ ਐਂਡ ਰੀਜਨਸ ਆਫ ਦ ਸੇਮ ਕੰਟਰੀ। ਕਹਿੰਦੇ ਜਦੋਂ ਇੱਕ ਸੇਮ ਕੰਟਰੀ ਦੇ ਵਿੱਚ ਡਿਫਰੈਂਟ ਜਿਹੜੇ ਡਿਸਟ੍ਰਿਕਟਸ ਨੇ ਜਾਂ ਸਟੇਟਸ ਨੇ ਜਾਂ ਡਿਫਰੈਂਟ ਏਰੀਆਜ਼ ਨੇ ਜੀਓਗ੍ਰਾਫਿਕਲ ਏਰੀਆਜ਼ ਤਾਂ ਉਹਨਾਂ ਦੇ ਵਿੱਚ ਜਦੋਂ ਟ੍ਰੇਡ ਹੁੰਦੀ ਹੈ ਗੁੱਡਸ ਐਂਡ ਸਰਵਿਸਿਜ਼ ਦੀ ਤਾਂ ਇਟ ਇਜ਼ ਕਾਲਡ ਇੰਟਰਨਲ ਟ੍ਰੇਡ। ਕਹਿੰਦੇ ਇਹਨੂੰ ਨੈਸ਼ਨਲ ਟ੍ਰੇਡ ਤੇ ਇੰਟਰ ਰੀਜਨਲ ਟ੍ਰੇਡ ਐਂਡ ਡੋਮੈਸਟਿਕ ਟ੍ਰੇਡ ਵੀ ਬੋਲਿਆ ਜਾਂਦਾ ਹੈ। ਇੰਟਰ ਰੀਜਨਲ ਟ੍ਰੇਡ ਮੀਨਸ ਡਿਫਰੈਂਟ ਰੀਜਨਸ ਦੇ ਵਿੱਚ ਟ੍ਰੇਡ ਹੁੰਦੀ ਆ। ਕਹਿੰਦੇ ਟ੍ਰੇਡ ਜਿਵੇਂ ਕਿ ਬਿਟਵੀਨ ਦਾ ਪੰਜਾਬ ਐਂਡ ਹਰਿਆਣਾ ਠੀਕ ਹੈ ਐਂਡ ਗੁਜਰਾਤ ਇਜ਼ ਐਨ ਐਗਜ਼ਾਮਪਲ ਆਫ ਇੰਟਰ ਰੀਜਨਲ ਐਂਡ ਇੰਟਰਨਲ ਟ੍ਰੇਡ। ਜਿਵੇਂ ਕਿ ਪੰਜਾਬ ਦੇ ਵਿੱਚੋਂ ਗੁਜਰਾਤ ਦੇ ਨਾਲ ਜਾਂ ਹਿਮਾਚਲ ਪ੍ਰਦੇਸ਼ ਦੇ ਨਾਲ ਟ੍ਰੇਡ ਹੁੰਦੀ ਹੈ ਜਦੋਂ ਆਪਾਂ ਇੰਟਰ ਰੀਜਨਲ ਟ੍ਰੇਡ ਬੋਲਦੇ ਹਾਂ। ਐਂਡ ਦ ਸੈਕੰਡ ਇਜ਼ ਇੰਟਰਨੈਸ਼ਨਲ ਟ੍ਰੇਡ। ਕਹਿੰਦੇ ਇੰਟਰਨੈਸ਼ਨਲ ਟ੍ਰੇਡ ਇਜ਼ ਅ ਟ੍ਰੇਡ ਬਿਟਵੀਨ ਟੂ ਔਰ ਮੋਰ ਦੈਨ ਟੂ ਕੰਟਰੀਜ਼। ਜਦੋਂ ਕਹਿੰਦੇ ਡਿਫਰੈਂਟ ਕੰਟਰੀਜ਼ ਜਾਂ ਦੋ ਹੋਣ ਜਾਂ ਦੋ ਤੋਂ ਵੱਧ ਕੰਟਰੀਜ਼ ਹੋਣ ਜਿਵੇਂ ਕਿ ਇੰਡੀਆ ਤੇ ਯੂਨਾਈਟਿਡ ਸਟੇਟਸ ਦੇ ਵਿੱਚ ਜਦੋਂ ਗੁੱਡਸ ਐਂਡ ਸਰਵਿਸਿਜ਼ ਦੀ ਐਕਸਚੇਂਜ ਕੀਤੀ ਜਾਂਦੀ ਹੈ ਤਾਂ ਉਹਨੂੰ ਆਪਾਂ ਕੀ ਕਹਿੰਦੇ ਆ ਇੰਟਰਨੈਸ਼ਨਲ ਔਰ ਫੋਰਨ ਟ੍ਰੇਡ ਕਹਿੰਦੇ ਆ। ਦ ਗੁੱਡਸ ਕਹਿੰਦੇ ਇੰਡੀਆ ਤੋਂ ਯੂਨਾਈਟਿਡ ਸਟੇਟਸ ਨੂੰ ਭੇਜੀ ਜਾਂਦੀਆਂ ਨੇ ਐਂਡ ਯੂਨਾਈਟਿਡ ਸਟੇਟਸ ਤੋਂ ਆਪਣੇ ਇੰਡੀਆ ਦੇ ਵਿੱਚ ਐਕਸਪੋਰਟ ਕੀਤੀਆਂ ਜਾਂਦੀਆਂ ਨੇ ਠੀਕ ਹੈ। ਕਹਿੰਦੇ ਮੇਨ ਰੀਜ਼ਨ ਕੀ ਹੁੰਦਾ ਹੈ ਇੰਟਰਨੈਸ਼ਨਲ ਟ੍ਰੇਡ ਹੈ ਜਿਹੜੀ ਉਹਦੇ ਅਕਲ ਹੋਣ ਦਾ। ਕਹਿੰਦੇ ਜਿਵੇਂ ਕਿ ਪ੍ਰੋਡਕਸ਼ਨ ਆਫ ਗੁੱਡਸ ਐਂਡ ਸਰਵਿਸਿਜ਼ ਆਰ ਕੰਸਰਨਡ ਆਲ ਕੰਟਰੀਜ਼ ਆਰ ਨਾਟ ਸਫੀਸ਼ੀਐਂਟ ਇਨ ਦੈਮਸੈਲਫ। ਕਹਿੰਦੇ ਸਾਰੀਆਂ ਕੰਟਰੀਜ਼ ਕਹਿੰਦੇ ਜਿਹੜੀਆਂ ਨੇ ਉਹ ਸਾਰੇ ਗੁੱਡਸ ਦੀ ਪ੍ਰੋਡਕਸ਼ਨ ਹੈ ਜਿਹੜੀ ਉਹ ਆਪ ਨਹੀਂ ਕਰ ਸਕਦੀਆਂ। ਕਹਿੰਦੇ ਰੀਜ਼ਨ ਕੀ ਹੁੰਦਾ ਹੈ ਕਿਉਂਕਿ ਡਿਫਰੈਂਟ ਕੰਟਰੀਜ਼ ਆਰ ਡਿਫਰੈਂਟਲੀ ਐਂਡੋਇੰਡ ਵਿਦ ਰਿਸੋਰਸਿਸ। ਕਹਿੰਦੇ ਕਿਉਂਕਿ ਡਿਫਰੈਂਟ ਕੰਟਰੀਜ਼ ਦੇ ਵਿੱਚ ਡਿਫਰੈਂਟ ਜਿਹੜੇ ਰਿਸੋਰਸਿਸ ਨੇ ਉਹਨਾਂ ਦੀ ਜਿਹੜੀ ਕੁਆਂਟੀਟੀ ਆ ਉਹ ਜ਼ਿਆਦਾ ਤੇ ਕੀ ਹੁੰਦੀ ਆ ਲੈਸ ਹੁੰਦੀ ਆ। ਤਾਂ ਫਿਰ ਕਹਿੰਦੇ ਕੀ ਆ ਇਟ ਮੇ ਬੀ ਨੈਚੁਰਲ ਰਿਸੋਰਸਿਸ ਮੇਡ ਰਿਸੋਰਸਿਸ ਔਰ ਹਿਊਮਨ ਰਿਸੋਰਸਿਸ। ਜਿਵੇਂ ਕਿ ਨੈਚੁਰਲ ਰਿਸੋਰਸਿਸ ਕਿਸੇ ਕੰਟਰੀ ਦੇ ਵਿੱਚ ਕੋਈ ਜ਼ਿਆਦਾ ਹੁੰਦੇ ਨੇ ਕਿਸੇ ਕੰਟਰੀ ਦੇ ਵਿੱਚ ਕੋਈ ਜ਼ਿਆਦਾ ਹੁੰਦੇ ਨੇ। ਕਿਸੇ ਦੇ ਵਿੱਚ ਕੈਪੀਟਲ ਰਿਸੋਰਸਿਸ ਜ਼ਿਆਦਾ ਹੁੰਦੇ ਨੇ ਕਿਸੇ ਦੇ ਵਿੱਚ ਹਿਊਮਨ ਰਿਸੋਰਸਿਸ ਜ਼ਿਆਦਾ ਹੁੰਦੇ ਨੇ। ਜਿਵੇਂ ਕਿ ਫੋਰ ਐਗਜ਼ਾਮਪਲ ਕਹਿੰਦੇ ਆਪਾਂ ਕਹਿ ਸਕਦੇ ਹਾਂ
ਕਹਿੰਦੇ ਕਈ ਜਿਹੜੀਆਂ ਕੰਟਰੀਜ਼ ਨੇ ਉਹ ਨੈਚੁਰਲ ਰਿਸੋਰਸਿਸ ਦੀ ਉਹਨਾਂ ਵਿੱਚ ਸਕਾਰਸਿਟੀ ਹੁੰਦੀ ਹੈ ਤੇ ਕਈਆਂ ਦੇ ਵਿੱਚ ਅਬੰਡੈਂਸ ਆਫ ਨੈਚੁਰਲ ਰਿਸੋਰਸਿਸ ਹੁੰਦੇ ਨੇ, ਜਿਵੇਂ ਕਿ ਫੋਰ ਐਗਜ਼ਾਮਪਲ ਗulf ਕੰਟਰੀਜ਼ ਆਰ ਐਂਡੋਇੰਡ ਵਿਦ ਹਿਊਜ ਪੈਟਰੋਲੀਅਮ ਆਇਲ ਰਿਸੋਰਸਿਸ, ਜਿਵੇਂ ਕਿ ਜਿਹੜੇ ਗੁਲਫ ਕੰਟਰੀਜ਼ ਨੇ ਉਹਨਾਂ ਦੇ ਵਿੱਚ ਜਿਹੜਾ ਆਇਲ ਹੈ ਉਹ ਜ਼ਿਆਦਾ ਕੁਆਂਟੀਟੀ ਦੇ ਵਿੱਚ ਪਾਇਆ ਜਾਂਦਾ ਹੈ, ਐਂਡ ਜਿਹੜੀ ਬਾਕੀ ਆਪਣੀਆਂ ਕੰਟਰੀਜ਼ ਨੇ ਉਹਨਾਂ ਦੇ ਵਿੱਚ ਇਹਦੀ ਸਕਾਰਸਿਟੀ ਆ, ਬਟ ਕਹਿੰਦੇ ਗੁਲਫ ਕੰਟਰੀ ਦੇ ਵਿੱਚ ਜਿਹੜੀਆਂ ਇੰਡਸਟਰੀਅਲ ਗੁੱਡਸ ਨੇ ਉਹਨਾਂ ਦੀ ਕੀ ਆ ਸਕਾਰਸਿਟੀ ਆ। ਇਨ ਸਚ ਸਿਚੁਏਸ਼ਨਸ ਟ੍ਰੇਡ ਅਕ੍ਰੋਸ ਦਾ ਬਾਉਂਡਰੀਜ਼ ਹੈਲਪ ਟੂ ਐਕਸਚੇਂਜ ਯੂਅਰ ਸਰਪਲਸ ਗੁੱਡ ਵਿਦ ਦੋਜ਼ ਵਿਚ ਡੂ ਨਾਟ ਹੈਵ। ਤਾਂ ਕਹਿੰਦੇ ਗੁਲਫ ਕੰਟਰੀਜ਼ ਕੀ ਕਰਦੀਆਂ ਨੇ ਆਇਲ ਨੂੰ ਡਿਫਰੈਂਟ ਕੰਟਰੀਜ਼ ਦੇ ਵਿੱਚ ਐਕਸਪੋਰਟ ਕਰਦੀਆਂ ਨੇ ਤੇ ਉਹਨਾਂ ਦੇ ਬਦਲੇ ਜਿਹੜੀਆਂ ਇੰਡਸਟਰੀਅਲ ਗੁੱਡਸ ਦੀ ਉਹਨਾਂ ਕੋਲ ਘਾਟ ਹੈ ਉਹਨਾਂ ਨੂੰ ਕੀ ਕਰਦੀਆਂ ਨੇ ਇੰਪੋਰਟ ਕਰਦੀਆਂ ਨੇ। ਤਾਂ ਇਸ ਤਰ੍ਹਾਂ ਕਹਿੰਦੇ ਉਹ ਆਪਣੇ ਸਰਪਲਸ ਨੂੰ ਐਕਸਪੋਰਟ ਤੇ ਨੀਡੀ ਨੈਸੈਸਿਟੀ ਨੂੰ ਇੰਪੋਰਟ ਕਰਕੇ ਆਪਣੀਆਂ ਜਿਹੜੀਆਂ ਡਿਮਾਂਡਸ ਨੇ ਉਹਨਾਂ ਨੂੰ ਕੀ ਕਰਦੇ ਨੇ ਪੂਰਾ ਕਰਦੇ ਨੇ। ਤਾਂ ਇੰਟਰਨੈਸ਼ਨਲ ਟ੍ਰੇਡ ਇੰਪਲਾਈਜ਼ ਇੰਟਰਨੈਸ਼ਨਲ ਸਪੈਸ਼ਲਾਈਜੇਸ਼ਨ। ਤਾਂ ਆਪਾਂ ਇਹਦੀ ਡੈਫੀਨੇਸ਼ਨ ਦੇਖ ਸਕਦੇ ਹਾਂ ਅਕੋਰਡਿੰਗ ਟੂ ਪੈਨਗੀਅਨ ਡਿਕਸ਼ਨਰੀ ਦੇ ਅਕੋਰਡਿੰਗ ਦਾ ਐਕਸਚੇਂਜ ਆਫ ਗੁੱਡਸ ਐਂਡ ਸਰਵਿਸਿਜ਼ ਬਿਟਵੀਨ ਵਨ ਕੰਟਰੀ ਐਂਡ ਅਨਦਰ ਇਜ਼ ਕਾਲਡ ਇੰਟਰਨੈਸ਼ਨਲ ਟ੍ਰੇਡ। ਠੀਕ ਹੈ, ਇਹ ਸੀਗਾ ਆਪਣਾ ਇੰਟਰਨੈਸ਼ਨਲ ਟ੍ਰੇਡ ਦਾ ਮੀਨਿੰਗ ਤੇ ਇੰਟਰਨੈਸ਼ਨਲ ਟ੍ਰੇਡ ਦੀ ਡੈਫੀਨੇਸ਼ਨ। ਕਹਿੰਦੇ ਤੇ ਉਸ ਤੋਂ ਬਾਅਦ ਹੈ ਆਪਣਾ ਇੰਟਰਨੈਸ਼ਨਲ ਟ੍ਰੇਡ ਦਾ ਮੇਨ ਰੀਜ਼ਨ ਕੀ ਹੈ ਇੰਟਰਨੈਸ਼ਨਲ ਸਪੈਸ਼ਲਾਈਜੇਸ਼ਨ ਹੈ। ਮੀਨਸ ਕੋਈ ਕੰਟਰੀ ਕਿਸੇ ਚੀਜ਼ ਨੂੰ ਬਣਾਉਣ ਦੇ ਵਿੱਚ ਕੀ ਹੁੰਦੀ ਹੈ ਸਪੈਸ਼ਲਾਈਜੇਸ਼ਨ ਗੇਨ ਕਰਦੀ ਹੈ, ਤਾਂ ਉਹ ਜਿਸ ਚੀਜ਼ ਦੇ ਵਿੱਚ ਸਪੈਸ਼ਲ ਹੋਏਗੀ ਤਾਂ ਉਸ ਚੀਜ਼ ਨੂੰ ਉਹ ਐਕਸਪੋਰਟ ਕਰੇਗੀ। ਠੀਕ ਹੈ, ਜਿਸ ਚੀਜ਼ ਦੀ ਉਹਦੇ ਕੋਲ ਘਾਟ ਹੋਏਗੀ ਤਾਂ ਉਹਨੂੰ ਉਹ ਇੰਪੋਰਟ ਕਰੇਗੀ। ਤਦ ਆਪਾਂ ਕਹਿ ਸਕਦੇ ਹਾਂ ਕਹਿੰਦੇ countries ਦੇ point of view ਤੇ it refers to utilization of countries resources in specialized area of production in which the country has absolute or comparative cost advantage compared to the rest of the world। ਤਾਂ ਇੱਕ ਵਰਡ ਦੇ ਵਿੱਚ ਕਹਿੰਦੇ ਕੀ ਆ ਡਿਫਰੈਂਟ ਜਿਹੜੀਆਂ ਕੰਟਰੀਜ਼ ਨੇ ਉਹਨਾਂ ਦੇ ਵਿੱਚ ਕਹਿੰਦੇ ਇੰਟਰਨੈਸ਼ਨਲ ਟ੍ਰੇਡ ਤਾਂ ਹੁੰਦੀ ਆ ਕਹਿੰਦੇ ਉਹਨਾਂ ਦੇ ਵਿੱਚ ਜਿਹੜੇ ਰਿਸੋਰਸਿਸ ਨੇ ਉਹ ਡਿਫਰੈਂਟ ਉਹਨਾਂ ਦੀ ਕੁਆਂਟੀਟੀ ਹੁੰਦੀ ਹੈ ਜੋ ਪ੍ਰੋਡਕਸ਼ਨ ਦੇ ਵਿੱਚ ਯੂਜ਼ ਕੀਤੇ ਜਾਂਦੇ ਨੇ। ਕਹਿੰਦੇ ਕੰਟਰੀਜ਼ ਨੂੰ ਐਬਸੋਲਿਊਟ ਤੇ ਕੰਪੈਰੀਟਿਵ ਕਾਸਟ ਐਡਵਾਂਟੇਜ ਹੁੰਦਾ ਜਿਹਦੇ ਕਰਕੇ ਕਹਿੰਦੇ ਇੰਟਰਨੈਸ਼ਨਲ ਟ੍ਰੇਡ ਅਕਰ ਕਰਦੀ ਹੈ। ਕਹਿੰਦੇ when a country resources are utilized in certain specialized area production of specialized commodity tends to be more than their domestic needs the surplus is exported। ਤਾਂ ਜਿਹੜੀ ਸਪੈਸ਼ਲ ਗੁੱਡ ਪ੍ਰੋਡਿਊਸ ਕੀਤੀ ਜਾਂਦੀ ਹੈ ਸਪੈਸ਼ਲ ਰਿਸੋਰਸਿਸ ਦੇ ਥਰੂ ਉਹਨੂੰ ਕੀ ਕੀਤਾ ਜਾਂਦਾ ਹੈ ਐਕਸਪੋਰਟ ਕੀਤਾ ਜਾਂਦਾ ਹੈ। ਕਹਿੰਦੇ this necessity import international trade export and import are thus। ਤਾਂ ਫਿਰ ਕਹਿੰਦੇ ਇਹਦਾ ਮੇਨ ਪ੍ਰਿੰਸੀਪਲਸ ਕੀ ਨੇ ਜਿਹੜੇ ਕਲਾਸੀਕਲਸ ਦੇ ਵਿਊ ਨੇ ਦੈਟ ਇਜ਼ ਆ ਐਬਸੋਲਿਊਟ ਐਡਵਾਂਟੇਜ ਐਂਡ ਕੰਪੈਰੀਟਿਵ ਐਡਵਾਂਟੇਜ ਥਿਊਰੀ। ਫੈਕਟਰ ਇਨਫਲੂਐਂਸਿੰਗ ਇੰਟਰਨੈਸ਼ਨਲ ਟ੍ਰੇਡ ਕਿ ਇੰਟਰਨੈਸ਼ਨਲ ਟ੍ਰੇਡ ਨੂੰ ਜਿਹੜੇ ਡਿਟਰਮੀਨੈਂਟਸ ਨੇ ਕਿਹੜੇ ਕਿਹੜੇ ਨੇ। ਕਹਿੰਦੇ ਫਰਸਟ ਇਜ਼ ਨੈਚੁਰਲ ਐਂਡੋਮੈਂਟ ਮੀਨਸ ਕੀ ਹੈ ਕਹਿੰਦੇ ਨੈਚੁਰਲ ਬੇਸਿਸ ਤੇ ਕਹਿੰਦੇ ਇੰਟਰਨੈਸ਼ਨਲ ਸਪੈਸ਼ਲਾਈਜੇਸ਼ਨ ਹੁੰਦੀ ਹੈ ਜਿਹੜੀ ਰੈਫਰ ਕਰਦੀ ਹੈ ਰਿਸੋਰਸਿਸ ਬੇਸ ਆ ਕੰਟਰੀ ਕਿ ਕਿਸ ਰਿਸੋਰਸਿਸ ਦੇ ਵਿੱਚ ਕਹਿੰਦੇ ਕਿਸ ਕੰਟਰੀ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਰਿਸੋਰਸਿਸ ਜ਼ਿਆਦਾ ਨੇ ਉਹ ਉਸੇ ਤਰ੍ਹਾਂ ਦਾ ਕੀ ਕਰੇਗਾ ਗੁੱਡਸ ਦੀ ਪ੍ਰੋਡਕਸ਼ਨ ਕਰੇਗਾ ਤੇ ਉਸ ਦੇ ਵਿੱਚ ਸਪੈਸ਼ਲਾਈਜੇਸ਼ਨ ਗੇਨ ਕਰੇਗਾ ਤੇ ਸਰਪਲਸ ਨੂੰ ਐਕਸਪੋਰਟ ਕਰੇਗਾ। ਕਿਉਂਕਿ ਜਿਹੜੇ ਨੈਚੁਰਲ ਰਿਸੋਰਸਿਸ ਨੇ ਦਿਸ ਇਜ਼ ਅ ਫ੍ਰੀ ਗਿਫਟ ਆਫ ਨੇਚਰ। ਤਾਂ ਗੁਲਫ ਕੰਟਰੀ ਚ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਆਇਲ ਜ਼ਿਆਦਾ ਹੈ ਐਂਡ ਇੰਡੀਆ ਦੇ ਵਿੱਚ ਕਹਿੰਦੇ ਹਿਊਜ ਡਿਪੋਜ਼ਿਟ ਆਫ ਮਿਕਾ ਇਨ ਇੰਡੀਆ magnesium in Russia and great potential of the production in coastal countries like Japan and Bangladesh are some of the typical example of different natural endowments across different countries in the world। ਤਾਂ ਕਹਿੰਦੇ ਅਗਰ ਆਪਾਂ ਐਗਰੀਕਲਚਰ ਦੀ ਗੱਲ ਕਰੀਏ ਤਾਂ ਡਿਫਰੈਂਟ ਕਹਿੰਦੇ ਕੰਟਰੀਆਂ ਦੇ ਵਿੱਚ ਕਲਾਈਮੇਟ ਡਿਫਰੈਂਟ ਹੁੰਦਾ ਜਿਹਦੇ ਕਰਕੇ ਜਿਹੜੀ ਪ੍ਰੋਡਕਸ਼ਨ ਪਾਵਰ ਹੁੰਦੀ ਹੈ ਫਰਟੀਲਿਟੀ ਆਫ ਸੋਇਲ ਹੁੰਦੀ ਹੈ ਉਹ ਵੀ ਕੀ ਹੁੰਦੀ ਆ ਡਿਫਰੈਂਟ ਹੁੰਦੀ ਹੈ। ਐਂਡ ਨੈਕਸਟ ਇਜ਼ ਦਾ ਟੈਕਨੀਕਲ ਹਾਊ ਐਂਡ ਨਾਓ। ਕਹਿੰਦੇ ਨਾਓ ਐਂਡ ਹਾਊ ਟੈਕਨੀਕਲ ਦੇ ਵਿੱਚ ਕਹਿੰਦੇ ਕੀ ਆ ਕਹਿੰਦੇ ਇੰਟਰਨੈਸ਼ਨਲ ਸਪੈਸ਼ਲਾਈਜੇਸ਼ਨ ਦੇ ਵਿੱਚ ਮੇਨ ਰੋਲ ਕੀ ਪਲੇ ਕਰਦਾ ਹੈ ਟੈਕਨੋਲੋਜੀਕਲ ਐਡਵਾਂਸਮੈਂਟ ਨੇਸ਼ਨਸ ਆਫ ਦਾ ਵਰਲਡ overcome all concentrate of natural endowment। Japan is just a coastal country। ठीक है, ਜਿਵੇਂ ਕਿ USA ਸਪੈਸ਼ਲਾਈਜੇਸ਼ਨ ਗੇਨ ਕਰਦਾ ਕਿਸ ਦੇ ਵਿੱਚ ਪ੍ਰੋਡਕਸ਼ਨ ਆਫ ਵਾਰ ਗੁੱਡਸ ਲਾਈਕ F-16 ਫਾਈਟਰਸ ਐਂਡ ਪੈਟਰੀਓਟ ਮਿਸਾਈਲਸ। ਠੀਕ ਹੈ, ਤਾਂ ਉਹਦੇ ਵਿੱਚ ਕੀ USA ਦੇ ਵਿੱਚ ਮੰਨਦੀਆਂ ਨੇ ਕਿਉਂਕਿ USA ਦੇ ਵਿੱਚ ਕਹਿੰਦੇ ਇਹਨਾਂ ਨੂੰ ਬਣਾਉਣ ਦੇ ਲਈ ਜੋ ਆਪਣੇ ਕੋਲ ਇਕਵਿਪਮੈਂਟਸ ਨੇ ਉਹ ਅਵੇਲੇਬਲ ਨੇ। ਐਂਡ ਦ ਨੈਕਸਟ ਇਜ਼ ਕਾਸਟ ਡਿਫਰੈਂਸ। ਕਹਿੰਦੇ ਜਿਹੜੇ ਡਿਫਰੈਂਟ ਇਨ ਦਾ ਕਾਸਟ ਆਫ ਪ੍ਰੋਡਕਸ਼ਨ ਇਜ਼ ਇੰਡੈਂਡੈਂਟ ਟੂ ਫੰਡਾਮੈਂਟਲ ਬੇਸਿਸ ਆਫ ਇੰਟਰਨੈਸ਼ਨਲ ਸਪੈਸ਼ਲਾਈਜੇਸ਼ਨ।
ਕਹਿੰਦੇ ਇਸ ਦਾ ਮੇਨ ਰੀਜ਼ਨ ਕੀ ਆ ਕਾਸਟ ਦੇ ਵਿੱਚ ਡਿਫਰੈਂਸ ਹੁੰਦਾ ਕਹਿੰਦੇ ਡਿਫਰੈਂਟ ਕੰਟਰੀਜ਼ ਸਪੈਸ਼ਲਾਈਜ਼ਡ ਇਨ ਪ੍ਰੋਡਕਸ਼ਨ ਆਫ ਦੋਜ਼ ਗੁड्स which they have absolute and comparative cost advantage and cost difference in the sole parameter of competitive in the international market ਉਸ ਤੋਂ ਬਾਅਦ ਕਹਿੰਦੇ ਇਸ ਤੋਂ ਇਲਾਵਾ ਕਹਿੰਦੇ ਹੋਰ ਕਾਸਟ ਤੇ ਕਿਸ ਚੀਜ਼ ਦਾ ਇਫੈਕਟ ਪੈਂਦਾ ਹੈ ਸੇਲਸਮੈਨਸ਼ਿਪ production product differentiate advertisement and publicity are emerging to be some of the important factors in the present age of international consumptions ਅੱਗੇ ਹੈਗਾ ਤੁਹਾਡਾ ਨਿਊ ਇਕਨੋਮਿਕ ਆਰਡਰਸ ਦੇ ਵਿੱਚ ਕੀ ਹੈ ਗਲੋਬਲਾਈਜੇਸ਼ਨ ਕਹਿੰਦੇ ਗਲੋਬਲਾਈਜੇਸ਼ਨ ਆਪਣੇ ਵਰਲਡ ਦੇ ਵਿੱਚ ਇਨਕਰੀਜ਼ ਹੋ ਰਹੀ ਆ world market ਦੇ ਵਿੱਚ ਇਸ ਰੀਜ਼ਨ ਕਰਕੇ ਕਹਿੰਦੇ corporations and emergence of new economics order has forced various nations to integrate their economics with the rest of the world leading to the greater degree of specialization and international trade ਤੇ ਉਸ ਤੋਂ ਬਾਅਦ ਹੈ ਆਪਣਾ ਬੇਸਿਸ ਆਫ ਇੰਟਰਨੈਸ਼ਨਲ ਟ੍ਰੇਡ ਕਹਿੰਦੇ ਇੰਟਰਨੈਸ਼ਨਲ ਟ੍ਰੇਡ ਦਾ ਬੇਸਿਸ ਇੰਟਰਨੈਸ਼ਨਲ ਸਪੈਸ਼ਲਾਈਜੇਸ਼ਨਸ ਨਾਨ ਅਵੇਲੇਬਿਲਿਟੀ ਆਫ ਦਾ ਸਪੈਸਿਫਿਕ ਫੈਕਟਰਸ difference in cost absolute advantage cost and ਉਸ ਤੋਂ ਬਾਅਦ ਹੈ ਆਪਣਾ different in cost ਠੀਕ ਹੈ and product differentiate ਇਹ ਨਹੀਂ ਆਪਣੇ ਕੀ main reasons ਤੇ ਉਸ ਤੋਂ ਬਾਅਦ ਹੈ ਜੋ two main theories ਨੇ international trade ਦੀਆਂ ਠੀਕ ਹੈ ਆਪਾਂ ਉਹਨਾਂ ਦੀ ਗੱਲ ਕਰਾਂਗੇ ਤਾਂ firstly ਕਹਿੰਦੇ global economic literature debates and discussions are going on regarding the question why do nations trade with each other ਕਹਿੰਦੇ global level ਤੇ ਇਹ discussions ਕੀਤੀਆਂ ਜਾਂਦੀਆਂ ਨੇ ਕਿ ਜਿਹੜੀਆਂ ਆਪਣੀਆਂ nations ਨੇ ਉਹ ਇੱਕ ਦੂਸਰੇ ਨਾਲ trade ਕਿਉਂ ਕਰਦੀਆਂ ਨੇ ਇਹ trading gainful for the nations and how are the terms of trade determined how does affect production and consumption in each country does trade affect the distribution of income or wealth among various peoples within the country etc ਇਦਾਂ ਦੇ ਬਹੁਤ ਸਾਰੇ ਕੁਐਸਚਨਸ ਨੇ ਜਿਹੜੇ ਇਨਕਰੀਜ਼ ਹੋ ਰਹੇ ਨੇ ਡੇ ਬਾਈ ਡੇ ਲੇਕਿਨ ਇਹਨਾਂ ਦੇ ਲਈ ਕਹਿੰਦੇ ਇੱਕ ਜਿਹੜਾ ਹੈ ਸੂਟੇਬਲ ਆਨਸਰ ਦੇਣਾ ਪੋਸੀਬਲ ਨਹੀਂ ਹੈਗਾ ਤਾਂ ਕਹਿੰਦੇ ਇੱਥੇ ਟੂ ਜਿਹੜੇ ਸਕੂਲਸ ਆਫ ਥਾਟ ਨੇ ਉਹ ਰਿਫਲੈਕਟ ਕਰਦੇ ਨੇ ਡਿਫਰੈਂਟਲੀ ਔਨ ਥੀਸ ਕੁਐਸਚਨਸ ਟੂ ਸਕੂਲਸ ਆਫ ਥਾਟਸ ਇੱਥੇ ਕਹਿੰਦੇ ਆਨਸਰ ਦੇਣਾ ਚਾਹੁੰਦੇ ਨੇ ਇਹਨਾਂ ਕੁਐਸਚਨਸ ਦਾ ਉਹ ਕਿਹੜੇ ਨੇ ਦਾ ਫਰਸਟ ਸਕੂਲ ਆਫ ਥਾਟ ਹੈਗਾ ਕਲਾਸਿਕਲ ਸਕੂਲ ਆਫ ਥਾਟ ਐਂਡ ਸੈਕੰਡ ਇਜ਼ ਅ ਮਾਡਰਨ ਸਕੂਲ ਆਫ ਥਾਟ ਤਾਂ ਬਿਲੀਵਿੰਗ ਇਨ ਦਾ ਨੋਰਮੇਟਿਵ ਐਸਪੈਕਟਸ ਆਫ ਦਾ ਅਬਵ ਕੁਐਸਚਨਸ ਕਲਾਸਿਕਲ ਇਕਨੋਮਿਸਟ ਕਿਹੜੇ ਨੇ ਆਪਣੇ ਜੋ ਕਲਾਸਿਕਲ ਥਿਊਰੀ ਦਿੱਤੀਆਂ ਜਿਨ੍ਹਾਂ ਨੇ Adam Smith, David Ricardo, Roberts, Torners, ठीक है, and provided us solutions to the problem by offering the theory of comparative cost. ਕਹਿੰਦੇ ਜਿਹੜੇ ਆਪਣੇ ਕਲਾਸਿਕਲ ਇਕਨੋਮਿਸਟ ਨੇ ਉਹਨਾਂ ਨੇ ਐਬਸੋਲੂਟ ਐਡਵਾਂਟੇਜ ਥਿਊਰੀ ਐਂਡ ਕੰਪੈਰੀਟਿਵ ਕਾਸਟ ਥਿਊਰੀ ਦਿੱਤੀ ਹੈ ਠੀਕ ਹੈ ਐਂਡ ਉਸ ਤੋਂ ਬਾਅਦ ਜਿਹੜੇ ਮਾਡਰਨ ਇਕਨੋਮਿਸਟ ਨੇ ਆਪਣੇ ਜਿਵੇਂ ਕਿ ਹੈਕਸ਼ਰ ਓਲਿਨ ਠੀਕ ਹੈ ਉਹਨਾਂ ਨੇ ਮਾਡਰਨ ਥਿਊਰੀ ਆਫ ਇੰਟਰਨੈਸ਼ਨਲ ਟ੍ਰੇਡ ਦਿੱਤੀ ਆ ਤਦ ਆਪਾਂ ਅੱਜ ਕਰਦੇ ਹਾਂ ਕਲਾਸਿਕਲ ਥਿਊਰੀ ਆਫ ਇੰਟਰਨੈਸ਼ਨਲ ਟ੍ਰੇਡ ਜਿਹਦੇ ਵਿੱਚ ਸਭ ਤੋਂ ਪਹਿਲਾ ਹੈ absolute advantage theory and second is a comparative advantage theory ਤਾਂ ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ theory of comparative cost theory of comparative cost ਕੀ ਹੈ ਤਾਂ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ theory of comparative cost was discussed by the famous economist David Ricardo and Torrance the theory is also called theory of comparative labor use ਕਰ ਰਹੇ ਹਾਂ ਕਹਿੰਦੇ ਕਾਸਟ ਆਫ ਪ੍ਰੋਡਕਸ਼ਨ ਜਿਹੜੀ ਆਪਾਂ ਲੇਬਰ ਦੇ ਯੂਨਿਟਸ ਯੂਜ਼ ਕਰਦੇ ਆ ਤਾਂ ਉਹਨਾਂ ਦੇ ਕੀ ਨੇ ਇਕੁਅਲ ਨੇ ਫੈਕਟਰ ਆਊਟਪੁੱਟ ਰੇਸ਼ੀਓ ਇਜ਼ ਕਨਸਟੈਂਟ ਐਂਡ ਮਾਰਜਨਲ ਪ੍ਰੋਡਕਟਿਵਿਟੀ ਆਫ ਅ ਫੈਕਟਰ ਇਜ਼ ਇਕੁਅਲ ਟੂ ਐਵਰੇਜ ਪ੍ਰੋਡਕਟਿਵਿਟੀ ਕਹਿੰਦੇ MP ਕਿਹਦੇ ਇਕੁਅਲ ਹੈ AP ਦੇ ਇਕੁਅਲ ਹੈ ਆਲ ਯੂਨਿਟਸ ਆਫ ਲੇਬਰ ਆਰ ਹੋਮੋਜੀਨੀਅਸ ਲੇਬਰ ਦਾ ਜਿਹੜੇ ਸਾਰੇ ਯੂਨਿਟਸ ਨੇ 1 ਲੇਬਰ 2 ਲੇਬਰ 3 ਲੇਬਰ ਸਾਰੇ ਸੇਮ ਨੇ ਇਹਨਾਂ ਦੀ ਸਕਿੱਲਸ ਦੇ ਵਿੱਚ ਕੋਈ ਡਿਫਰੈਂਸ ਨਹੀਂਗਾ ਪ੍ਰੋਡਕਸ਼ਨ ਇਜ਼ ਸਬਜੈਕਟ ਟੂ ਲਾਅ ਆਫ ਕਨਸਟੈਂਟ ਰਿਟਰਨਸ ਕਹਿੰਦੇ ਪ੍ਰੋਡਕਸ਼ਨ ਦੇ ਵਿੱਚ ਕਨਸਟੈਂਟ ਰਿਟਰਨਸ ਨੇ ਜਿਹੜੇ ਅਪਲਾਈ ਹੋ ਰਹੇ ਨੇ ਮਤਲਬ ਜਿੰਨੇ ਪਰਸੈਂਟ ਇਨਪੁਟਸ ਨੇ ਉਨੇ ਪਰਸੈਂਟ ਹੀ ਆਊਟਪੁੱਟ ਹੋਏਗੀ ਅਗਰ ਇਨਪੁਟਸ 5% ਇਨਕਰੀਜ਼ ਤਾਂ ਆਊਟਪੁੱਟ ਵੀ 5% ਹੀ ਇਨਕਰੀਜ਼ ਹੋਏਗੀ factor of production are perfectly mobile with the country but are perfectly immobile between two countries ਕਹਿੰਦੇ ਅਗਰ ਤਾਂ ਇੱਕੋ ਕੰਟਰੀ ਦੇ ਅੰਡਰ ਜਿਹੜੀ ਹੈ ਆਪਣੀ ਲੇਬਰਸ ਨੂੰ ਆਪਾਂ ਨੇ ਐਕਸਚੇਂਜ ਕਰਨਾ ਹੈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਮੂਵ ਕਰਨਾ ਹੈ ਤਾਂ ਹੋ ਸਕਦਾ ਹੈ ਲੇਕਿਨ ਡਿਫਰੈਂਟ ਕੰਟਰੀਜ਼ ਦੇ ਵਿੱਚ ਲੇਬਰ ਨੂੰ ਆਪਾਂ ਮੂਵ ਨਹੀਂ ਕਰ ਸਕਦੇ there is no cost of transportation ਤੇ ਕੋਈ ਵੀ ਕਾਸਟ ਨਹੀਂ ਹੈਗੀ international trade is free from all government control
ਕਹਿੰਦੇ ਇੰਟਰਨੈਸ਼ਨਲ ਟ੍ਰੇਡ ਹੈ ਜਿਹੜੀ ਇਹ ਤੇ ਕੋਈ ਵੀ ਗਵਰਨਮੈਂਟ ਦਾ ਕੰਟਰੋਲ ਨਹੀਂ ਹੈਗਾ, ਕੋਈ ਵੀ ਟੈਰਿਫ ਬੈਰੀਅਰਸ ਇੰਪੋਰਟ ਐਕਸਪੋਰਟ ਜਿਹੜਾ ਕੋਟਾ ਹੈ ਟੈਕਸ ਵਗੈਰਾ ਹੈ ਫਿਕਸ ਨਹੀਂ ਕੀਤਾ ਹੋਇਆ ਹੈ। देयर इज फुल एम्प्लॉयमेंट इन कंट्रीज एंगेज्ड इन इंटरनेशनल ट्रेड। ਕਹਿੰਦੇ ਇੰਟਰਨੈਸ਼ਨਲ ਟ੍ਰੇਡ ਜਦੋਂ ਹੋ ਰਹੀ ਹੈ ਤਾਂ ਆਪਣੀ ਕੰਟਰੀ ਦੇ ਵਿੱਚ ਫੁੱਲ ਇੰਪਲਾਇਮੈਂਟ ਹੈ, ਮੀਨਸ ਜਿੰਨੀ ਲੇਬਰ ਦੀ ਡਿਮਾਂਡ ਹੈ ਉਨੀ ਹੀ ਜਿੰਨੀ ਸਪਲਾਈ ਹੈ ਉਨੀ ਹੀ ਡਿਮਾਂਡ ਹੈ। देयर इज परफेक्ट कंपटीशन बोथ इन गुड्स मार्केट एंड पर फैक्टर मार्केट। कहते परफेक्ट कंपटीशन है, लार्ज नंबर ऑफ बायर्स ते अपने सेलर्स ने ते होमोजीनियस प्रोडक्ट है, प्राइस सेम है। देयर इज ट्रेड बैलेंस, दैट इज वैल्यू ऑफ एक्सपोर्ट इज इक्वल टू वैल्यू ऑफ इंपोर्ट। कहते एक्सपोर्ट इंपोर्ट दे इक्वल है, ट्रेड बैलेंस इक्वल है, मींस विजिबल गुड्स इक्वल है। ਤਾਂ ਇਹ ਸੀਗੇ ਆਪਣੀਆਂ ਬੇਸਿਕ ਅਜ਼ੰਪਸ਼ਨਸ ਜੋ ਕੰਪੈਰੀਟਿਵ ਕਾਸਟ ਥਿਊਰੀ ਦੇ ਵਿੱਚ ਲੈ ਕੇ ਚੱਲਦੇ ਨੇ ਕਲਾਸੀਕਲ ਇਕਨੋਮਿਸਟ। ਤਾਂ ਆਪਾਂ ਇਹਨਾਂ ਨੂੰ ਹੁਣ ਰੀਡ ਕਰਦੇ ਹਾਂ, ਦੇਖਦੇ ਹਾਂ। ਤੇ ਉਸ ਤੋਂ ਬਾਅਦ ਆਪਣੀ ਐਬਸੋਲਿਊਟ ਡਿਫਰੈਂਟ ਇਨ ਕਾਸਟ, ਠੀਕ ਹੈ। ਤਾਂ ਕਹਿੰਦੇ ਬੇਸਿਕਸ ਆਫ ਇੰਟਰਨੈਸ਼ਨਲ ਟ੍ਰੇਡ, ਕਹਿੰਦੇ ਡਿਫਰੈਂਟ ਕਾਸਟ ਦੇ ਬੇਸ ਤੇ ਕਹਿੰਦੇ 3 ਕਾਈਂਡਸ ਦੇ ਵਿੱਚ ਡਿਸਟ੍ਰੀਬਿਊਟ ਕੀਤਾ ਥਿਊਰੀਜ਼ ਨੂੰ। First is absolute difference in cost, and second is comparative difference in cost, and third is equal difference in cost। ਕਹਿੰਦੇ classicals ਕਹਿੰਦੇ ਨੇ ਕਿ ਜਿਹੜੀ ਆਪਣੀ comparative cost ਹੁੰਦੀ ਹੈ, ਮਤਲਬ cost ਹੁੰਦੀ ਹੈ, ਉਹਦੇ ਬੇਸ ਤੇ 3 types of different ਹੁੰਦੇ ਨੇ। ਫਰਸਟ ਹੈਗਾ ਥਿਊਰੀਜ਼ ਕਰਾਂਗੇ ਆਪਾਂ absolute difference in cost, comparative difference in cost and equal difference in cost। ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ absolute difference in cost। ਇਹਦੇ ਵਿੱਚ ਕੀ ਹੈ, ਕਹਿੰਦੇ ਅਕੋਰਡਿੰਗ ਟੂ ਐਡਮ ਸਮਿਥ ਦ ਮੇਨ ਬੇਸਿਸ ਆਫ ਇੰਟਰਨੈਸ਼ਨਲ ਟ੍ਰੇਡ ਇਜ਼ ਦ ਡਿਫਰੈਂਸ ਇਨ ਐਬਸੋਲਿਊਟ ਕਾਸਟ। ਕਹਿੰਦੇ ਮੇਨ ਬੇਸਿਸ ਕੀ ਆ ਆਪਣੇ ਜੋ ਐਡਮ ਸਮਿਥ ਨੇ ਉਹਨਾਂ ਦਾ ਕਿ ਇੰਟਰਨੈਸ਼ਨਲ ਟ੍ਰੇਡ ਦਾ ਮੇਨ ਰੀਜ਼ਨ ਕੀ ਆ ਕਿ ਐਬਸੋਲਿਊਟ ਜਿਹੜੀ ਕਾਸਟ ਹੁੰਦੀ ਉਹਦੇ ਵਿੱਚ ਕੀ ਹੁੰਦਾ, ਡਿਫਰੈਂਸ ਹੁੰਦਾ। ਦਿਸ ਡਿਫਰੈਂਸ ਇਜ਼ ਐਬਸੋਲਿਊਟ ਕਾਸਟ arises when one country is in a position to produce a commodity at a very low cost compared to another country, and the other country can produce some other commodity। ਕਹਿੰਦੇ ਜਦੋਂ ਇੱਕ ਕੰਟਰੀ, 2 ਕੰਟਰੀਜ਼ ਨੇ, A ਕੰਟਰੀ ਐਂਡ B ਕੰਟਰੀ, ਜਦੋਂ A ਕੰਟਰੀ B ਕੰਟਰੀ ਦੇ ਕੰਪੈਰੀਜ਼ਨਸ ਲੋ ਕਾਸਟ ਤੇ ਉਹੀ ਸੇਮ ਗੁੱਡਸ ਪ੍ਰੋਡਿਊਸ ਕਰਦੀ ਆ ਜੋ ਦੂਸਰੀ ਕੰਟਰੀ ਕਰ ਸਕਦੀ ਆ, that is called absolute difference in cost। ठीक है, तेरे ਵਿੱਚ ਤੁਸੀਂ ਕਹਿ ਸਕਦੇ ਹੋ when one country is in a position of produce a commodity at very low cost compared to another country, and the other country can produce some other commodity at very low cost as compared to the first country। ਠੀਕ ਹੈ, A ਤੇ B ਕੰਟਰੀਜ਼ ਨੇ, A ਦੇ ਵਿੱਚ ਕੁਝ ਕਹਿੰਦੇ ਗੁੱਡਸ ਦੀ ਪ੍ਰੋਡਕਸ਼ਨ ਇਦਾਂ ਦੀ ਹੈ ਜਿਹੜੀ A B ਦੇ ਨਾਲੋਂ ਲੋ ਕਾਸਟ ਤੇ ਕਰਦੀ ਹੈ, ਤੇ B ਕੰਟਰੀ ਦੇ ਵਿੱਚ ਕੁਝ ਗੁੱਡਸ ਇਦਾਂ ਦੀਆਂ ਨੇ ਜਿਨ੍ਹਾਂ ਦੀ ਪ੍ਰੋਡਕਸ਼ਨ ਉਹ A ਦੇ ਨਾਲੋਂ ਲੋ ਕਾਸਟ ਤੇ ਕਰਦੀ ਆ। ਤਾਂ ਕੀ ਹੋਏਗਾ, ਕਹਿੰਦੇ ਕੰਟਰੀ ਸਪੈਸ਼ਲਾਈਜ਼ਡ ਇਨ ਦਾ ਪ੍ਰੋਡਕਸ਼ਨ ਆਫ ਅ particular commodity and export it other countries and import another commodity for the another countries। ਕਹਿੰਦੇ ਤਦ ਕੀ ਕਰਨਗੀਆਂ, A B ਤੋਂ ਉਸ ਚੀਜ਼ ਨੂੰ ਇੰਪੋਰਟ ਕਰੇਗੀ ਜਿਸ ਤੇ ਉਹਦੀ ਕਾਸਟ ਜ਼ਿਆਦਾ ਆ ਰਹੀ ਹੈ, ਤੇ ਐਕਸਪੋਰਟ ਕਰੇਗੀ ਜਿਸ ਤੇ ਉਹਦੀ ਕਾਸਟ ਘੱਟ ਆ ਰਹੀ ਹੈ ਦੂਸਰੇ ਦੇ ਕੰਪੈਰੀਜ਼ਨ, ਤੇ ਇਸੇ ਤਰ੍ਹਾਂ B ਉਸ ਦੀ ਪ੍ਰੋਡਕਸ਼ਨ ਜ਼ਿਆਦਾ ਕਰੇਗੀ ਜਿਸ ਤੇ ਉਹਦੀ ਕੰਪੈਰੀਟਿਵ ਕਾਸਟ ਲੋ ਆ ਰਹੀ ਹੈ, ਐਂਡ ਇੰਪੋਰਟ ਉਸ ਨੂੰ ਕਰੇਗੀ ਜਿਸ ਤੇ ਉਸ ਦੀ ਕਾਸਟ ਜ਼ਿਆਦਾ ਆ ਰਹੀ ਹੈ। ਜਿਵੇਂ ਕਿ ਤੁਸੀਂ डायग्राम के थ्रू भी देख सकते हो, एब्सोल्यूट डिफरेंस इन कॉस्ट दिखाया है, 1 डेज प्रोडक्शन दिखाई हुई है ऑफ 1 लेबर इन यूनिट्स ਦੇ ਵਿੱਚ ਦਿਖਾਈ ਹੋਈ ਆ। ਤਾਂ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਇਸ ਟੇਬਲ ਦੇ ਵਿੱਚ ਕੰਟਰੀਜ਼ ਦਿੱਤੀਆਂ ਹੋਈਆਂ ਨੇ, 2 ਕੰਟਰੀਜ਼ ਨੇ ਇੰਡੀਆ ਐਂਡ ਨੇਪਾਲ, ਐਂਡ ਪ੍ਰੋਡਕਸ਼ਨ ਬਿਫੋਰ ਇੰਟਰਨੈਸ਼ਨਲ ਟ੍ਰੇਡ ਦਿਖਾਈ ਹੋਈ ਆ, ਪ੍ਰੋਡਕਸ਼ਨ ਆਫਟਰ ਇੰਟਰਨੈਸ਼ਨਲ ਟ੍ਰੇਡ ਦਿਖਾਈ ਹੋਈ ਆ, ਐਂਡ ਚੇਂਜ ਇਨ ਪ੍ਰੋਡਕਸ਼ਨ ਦਿਖਾਇਆ ਹੋਇਆ ਹੈ। ਠੀਕ ਹੈ, ਆਫਟਰ मीन्स आफ्टर जो है इंटरनेशनल ट्रेड। ਤਾਂ ਤੁਸੀਂ ਦੇਖ ਸਕਦੇ ਹੋ ਆਪਣਾ ਕਹਿੰਦੇ ਇਹਦੇ ਵਿੱਚ ਕਲੀਅਰ ਦੱਸਿਆ ਗਿਆ ਹੈ 1 ਯੂਨਿਟ ਆਫ ਲੇਬਰ ਪ੍ਰੋਡਿਊਸਸ 2 ਯੂਨਿਟ ਆਫ ਰਾਈਸ। ਕਹਿੰਦੇ 1 ਯੂਨਿਟ ਆਫ ਲੇਬਰ ਆਪਾਂ ਯੂਜ਼ ਕਰਦੇ ਹਾਂ ਦੋਨੇ ਕੰਟਰੀਜ਼ ਦੇ ਵਿੱਚ ਰਾਈਸ ਤੇ ਵੀਟ ਦੀ ਪ੍ਰੋਡਕਸ਼ਨ ਕਰਨ ਦੇ ਲਈ। ਤਾਂ ਸਭ ਤੋਂ ਪਹਿਲਾਂ ਦੇਖੋ 1 ਯੂਨਿਟ ਆਫ ਲੇਬਰ ਆਪਾਂ ਇਹ ਇੰਡੀਆ ਵੀ ਰਾਈਸ ਤੇ ਵੀਟ ਦੀ ਪ੍ਰੋਡਕਸ਼ਨ ਕਰ ਰਿਹਾ ਤੇ ਨੇਪਾਲ ਵੀ ਰਾਈਸ ਤੇ ਵੀਟ ਦੀ ਪ੍ਰੋਡਕਸ਼ਨ ਕਰ ਰਿਹਾ ਹੈ। ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਫਰਸਟਲੀ ਆਪਣੀ ਜੋ ਹੈ ਪ੍ਰੋਡਕਸ਼ਨ ਬਿਫੋਰ ਇੰਟਰਨੈਸ਼ਨਲ ਟ੍ਰੇਡ, ਕਹਿੰਦੇ 1 ਯੂਨਿਟ ਆਫ ਲੇਬਰ ਪ੍ਰੋਡਿਊਸਸ 2 ਯੂਨਿਟ ਆਫ ਰਾਈਸ
ਐਂਡ 4 यूनिट ऑफ wheat in India। ਇੰਡੀਆ ਦੇ ਵਿੱਚ ਚਲੋ 1 ਲੇਬਰ ਯੂਜ਼ ਕਰਦੇ ਆ, ਰਾਈਸ ਦੀ ਪ੍ਰੋਡਕਸ਼ਨ 2 ਹੈ ਐਂਡ wheat ਦੀ ਪ੍ਰੋਡਕਸ਼ਨ 4 ਹੈ। ਐਂਡ ਨੇਪਾਲ ਦੇ ਵਿੱਚ ਜਦੋਂ 1 ਲੇਬਰ ਯੂਜ਼ ਕਰਦੇ ਆ ਤਾਂ ਕੀ ਆ ਆਪਣੀ ਜੋ ਹੈ ਰਾਈਸ ਦੀ ਪ੍ਰੋਡਕਸ਼ਨ 4 ਹੈ ਐਂਡ wheat ਦੀ ਪ੍ਰੋਡਕਸ਼ਨ 2 ਹੈ। ਕਹਿੰਦੇ ਇਨ ਇੰਡੀਆ ਦੇ ਵਿੱਚ ਆਪਾਂ ਕਹਿ ਸਕਦੇ ਆ ਕਿ 1 ਰਾਈਸ ਯੂਨਿਟ ਆਫ ਰਾਈਸ ਦੀ ਪ੍ਰੋਡਕਸ਼ਨ ਦੇ ਲਈ ਆਪਾਂ ਨੂੰ 2 wheat ਦੀ ਜਿਹੜੀ ਹੈ 2 ਯੂਨਿਟਸ ਆਫ wheat ਉਹਦਾ ਕਹਿੰਦੇ ਕੀ ਆ ਇਹਦੀ ਵੈਲਿਊ ਹੈ। ਜਦੋਂ 1 ਯੂਨਿਟ ਆਪਾਂ ਰਾਈਸ ਦਾ ਪ੍ਰੋਡਿਊਸ ਕਰਦੇ ਆ ਤਾਂ 2 ਯੂਨਿਟ ਜਿਹੜਾ ਹੈ ਆਪਣਾ ਜਿਹੜਾ ਹੈ wheat ਆਪਾਂ ਉਹਦੇ ਇਕੁਅਲ ਕਹਿੰਦੇ ਉਹਦਾ ਲਾਸ ਕਰ ਸਕਦੇ ਆ। ठीक है, तब कि नेपाल 1 यूनिट ऑफ राइस, अगर नेपाल 1 यूनिट ऑफ राइस प्रोड्यूस करता ਤਾਂ ਉਹ ਕਿਸ ਦੇ ਇਕੁਅਲ ਹੈ 0.5 ਯੂਨਿਟ ਆਫ wheat। ਤਾਂ ਉਹਦੀ ਵੈਲਿਊ ਕਿਸ ਦੇ ਇਕੁਅਲ ਹੈ 0.5 ਯੂਨਿਟ ਆਫ wheat ਦੇ ਇਕੁਅਲ ਹੈ। ਜੇ 1 ਯੂਨਿਟ ਆਪਾਂ ਰਾਈਸ ਦੀ ਪ੍ਰੋਡਕਸ਼ਨ ਕਰਦੇ ਹਾਂ ਤਾਂ ਉਹਦੀ ਵੈਲਿਊ ਕਿੰਨੀ ਹੈ 2 ਯੂਨਿਟ ਆਫ wheat ਦੇ ਇਕੁਅਲ ਹੈ। ਤਾਂ ਤੁਸੀਂ ਕਹਿ ਸਕਦੇ ਹੋ ਇਟ ਇਜ਼ ਕੁਇਟ ਕਲੀਅਰ ਫਰੋਮ the above example that India has an absolute advantage in the production of wheat and Nepal in the production of rice। ਤਾਂ ਤੁਸੀਂ ਦੇਖ ਸਕਦੇ ਹੋ ਕਿ 1 ਲੇਬਰ ਦੇ ਨਾਲ ਇੰਡੀਆ ਦੇ ਵਿੱਚ wheat ਦੀ ਪ੍ਰੋਡਕਸ਼ਨ ਜ਼ਿਆਦਾ ਹੋ ਰਹੀ ਹੈ ਐਂਡ ਨੇਪਾਲ ਦੇ ਵਿੱਚ ਰਾਈਸ ਦੀ ਪ੍ਰੋਡਕਸ਼ਨ ਜ਼ਿਆਦਾ ਹੋ ਰਹੀ ਹੈ। ਠੀਕ ਹੈ, wheat ਦੀ ਪ੍ਰੋਡਕਸ਼ਨ ਇੰਡੀਆ ਦੇ ਵਿੱਚ 4 ਹੋ ਰਹੀ ਹੈ ਐਂਡ ਰਾਈਸ ਦੀ 2 ਹੋ ਰਹੀ ਹੈ। ਤਾਂ ਕੰਪੈਰੀਟਿਵ ਜਿਹੜੀ ਐਡਵਾਂਟੇਜ ਹੈ ਇੰਡੀਆ ਦੇ ਵਿੱਚ ਕਿਸ ਚੀਜ਼ ਦੀ ਪ੍ਰੋਡਕਸ਼ਨ ਦੇ ਲਈ ਹੈ wheat ਦੀ ਪ੍ਰੋਡਕਸ਼ਨ ਦੇ ਲਈ ਹੈ। ਜੇ wheat ਦੀ ਪ੍ਰੋਡਕਸ਼ਨ ਜ਼ਿਆਦਾ ਕਰਾਂਗੇ wheat ਦੀ ਪ੍ਰੋਡਕਸ਼ਨ ਕਰਾਂਗੇ ਤਾਂ ਆਪਣੀ 2 ਜਿਹੜੇ ਹੈ 2 ਯੂਨਿਟਸ ਜ਼ਿਆਦਾ ਹੋਏਗੀ। ਐਂਡ ਉਸ ਤੋਂ ਬਾਅਦ ਜਿਹੜੀ ਆਪਣੀ ਨੇਪਾਲ ਨੂੰ ਦੇਖੀ ਆਪਾਂ ਨੇਪਾਲ ਦੇ ਵਿੱਚ ਕਹਿੰਦੇ ਰਾਈਸ ਦੀ ਪ੍ਰੋਡਕਸ਼ਨ 4 ਹੈ ਐਂਡ wheat ਦੀ ਪ੍ਰੋਡਕਸ਼ਨ 2 ਹੈ। wheat ਦੀ ਪ੍ਰੋਡਕਸ਼ਨ ਘੱਟ ਹੈ ਤੇ ਰਾਈਸ ਦੀ ਪ੍ਰੋਡਕਸ਼ਨ ਜ਼ਿਆਦਾ ਹੈ। ਤਾਂ ਨੇਪਾਲ ਅਗਰ wheat ਦੀ ਜਗ੍ਹਾ ਤੇ ਰਾਈਸ ਦੀ ਪ੍ਰੋਡਕਸ਼ਨ ਕਰੇਗਾ ਉਹਨੂੰ ਕੰਪੈਰੀਟਿਵ ਐਡਵਾਂਟੇਜ ਤਾਂ ਜ਼ਿਆਦਾ ਹੋਏਗਾ ਕਿਉਂਕਿ ਰਾਈਸ ਦੀ ਪ੍ਰੋਡਕਸ਼ਨ ਆ ਜਿਹੜੀ 1 ਲੇਬਰ ਦੇ ਨਾਲ ਜ਼ਿਆਦਾ ਹੋਏਗੀ। ਠੀਕ ਹੈ, ਤਾਂ ਕਹਿੰਦੇ ਟੋਟਲ ਜਿਹੜੀ ਪ੍ਰੋਡਕਸ਼ਨ ਹੈ ਆਪਣੀ ਰਾਈਸ ਦੀ ਕਿੰਨੀ ਹੋ ਰਹੀ ਹੈ 6 ਹੋ ਰਹੀ ਹੈ ਐਂਡ wheat ਦੀ ਟੋਟਲ ਪ੍ਰੋਡਕਸ਼ਨ ਵੀ ਕਿੰਨੀ ਹੋ ਰਹੀ ਹੈ 6 ਹੋ ਰਹੀ ਹੈ। ਅਗਰ ਇਸ ਤਰ੍ਹਾਂ ਹੈ ਦੋਨੇ ਜਿਹੜੀਆਂ ਹੈ ਕੰਟਰੀਜ਼ ਪ੍ਰੋਡਕਸ਼ਨ ਕਰਦੀਆਂ ਨੇ। ਠੀਕ ਹੈ, ਇਹ ਇੰਟਰਨੈਸ਼ਨਲ ਟ੍ਰੇਡ ਤੋਂ ਪਹਿਲਾਂ ਦੀ ਪ੍ਰੋਡਕਸ਼ਨ ਹੈ। ਉਸ ਤੋਂ ਬਾਅਦ ਅਗਰ ਕਹਿੰਦੇ ਇੰਡੀਆ ਇਹ ਦੇਖਦੇ ਹੋਏ ਪ੍ਰੋਡਕਸ਼ਨ ਆਫਟਰ ਇੰਟਰਨੈਸ਼ਨਲ ਟ੍ਰੇਡ ਤੁਸੀਂ ਦੇਖ ਸਕਦੇ ਹੋ ਇੰਡੀਆ ਰਾਈਸ ਦੀ ਜਗ੍ਹਾ ਤੇ ਸਾਰੀ wheat ਦੀ ਪ੍ਰੋਡਕਸ਼ਨ ਕਰਦਾ ਹੈ। ठीक है, तब कहते wheat ਦੀ ਪ੍ਰੋਡਕਸ਼ਨ इंक्रीज हो के कितनी हो जाएगी 8 हो जाएगी, राइस ਦੀ ਪ੍ਰੋਡਕਸ਼ਨ 0 होएगी। अगर नेपाल कहते wheat ਦੀ ਪ੍ਰੋਡਕਸ਼ਨ ਦੀ ਜਗ੍ਹਾ ਤੇ ਸਾਰੀ ਰਾਈਸ ਦੀ ਪ੍ਰੋਡਕਸ਼ਨ ਕਰੇਗਾ ਤਾਂ ਰਾਈਸ ਦੀ ਪ੍ਰੋਡਕਸ਼ਨ इंक्रीज हो के कितनी हो जाएगी 8 एंड wheat ਦੀ ਪ੍ਰੋਡਕਸ਼ਨ 0। ਤਾਂ ਹੁਣ ਇਹ ਦੋਨੇ ਕੰਟਰੀਜ਼ ਕਹਿੰਦੇ ਇੰਡੀਆ ਐਂਡ ਨੇਪਾਲ 8 ਕੁਆਂਟੀਟੀ ਰਾਈਸ ਤੇ wheat ਦੀਆਂ ਕੀ ਕਰਨਗੇ ਪ੍ਰੋਡਿਊਸ ਕਰਨਗੇ ਕਿਉਂਕਿ ਕੰਪੈਰੀਟਿਵ ਇਹਨਾਂ ਨੂੰ ਐਡਵਾਂਟੇਜ ਹੈ। ਇੰਡੀਆ ਨੂੰ ਰਾਈਸ ਦੀ ਜਗ੍ਹਾ ਤੇ wheat ਦੀ ਪ੍ਰੋਡਕਸ਼ਨ ਦੇ ਵਿੱਚ ਐਂਡ ਨੇਪਾਲ ਨੂੰ wheat ਦੀ ਜਗ੍ਹਾ ਤੇ ਰਾਈਸ ਦੀ ਪ੍ਰੋਡਕਸ਼ਨ ਦੇ ਵਿੱਚ। ਜੇ ਆਪਾਂ ਟੋਟਲ ਪ੍ਰੋਡਕਸ਼ਨ ਦੀ ਗੱਲ ਕਰੀਏ ਤਾਂ ਟੋਟਲ ਪ੍ਰੋਡਕਸ਼ਨ ਦੇ ਵਿੱਚ ਵੀ ਇਨਕਰੀਜ਼ ਹੋਇਆ ਹੈ। ਰਾਈਸ ਦੀ ਟੋਟਲ ਪ੍ਰੋਡਕਸ਼ਨ 6 ਤੋਂ ਇਨਕਰੀਜ਼ ਹੋ ਕੇ 8 ਹੋ ਗਈ ਐਂਡ wheat ਦੀ ਟੋਟਲ ਪ੍ਰੋਡਕਸ਼ਨ ਵੀ 6 ਤੋਂ ਇਨਕਰੀਜ਼ ਹੋ ਕੇ ਕਿੰਨੀ ਹੋ ਗਈ 8 ਹੋ ਗਈ। ਤਾਂ ਤੁਸੀਂ ਚੇਂਜ ਇਨ ਪ੍ਰੋਡਕਸ਼ਨ ਦੇਖ ਸਕਦੇ ਹੋ। ਚੇਂਜ ਇਨ ਪ੍ਰੋਡਕਸ਼ਨ ਦੇ ਵਿੱਚ ਕੀ ਆ ਕਹਿੰਦੇ ਰਾਈਸ ਦਾ ਕਹਿੰਦੇ 2 ਦਾ ਲਾਸ ਹੋਇਆ ਹੈ। ਠੀਕ ਹੈ, 2 ਯੂਨਿਟਸ ਆਪਾਂ ਨੇ ਰਾਈਸ ਘਟਾਏ ਨੇ लेकिन वेट ਦੇ ਵਿੱਚ जो इंक्रीज होया है 4 यूनिट्स होया है मींस दुगना इंक्रीज होया है। एंड उस तो बाद नेपाल ਦੇ ਵਿੱਚ ਕਹਿੰਦੇ ਰਾਈਸ ਦੇ ਵਿੱਚ जो है गेन 4 यूनिट्स एंड वीट ਦੇ ਵਿੱਚ जो है अपना लॉस -2 यूनिट्स होया है। ठीक है, ਤਾਂ ਇਹਦੇ ਵਿੱਚ ਵੀ ਦੁਗਣਾ ਆਪਾਂ ਨੂੰ लॉस होया इंक्रीज होया है ਰਾਈਸ ਦੀ ਪ੍ਰੋਡਕਸ਼ਨ ਦੇ ਵਿੱਚ ਨੇਪਾਲ ਦੇ ਵਿੱਚ। ਠੀਕ ਹੈ, ਤਾਂ ਇਸ ਤਰ੍ਹਾਂ ਆਪਣਾ ਕਿੰਨਾ ਪਲੱਸ ਹੋਇਆ ਹੈ ਕਿੰਨੀ ਆਪਾਂ ਨੇ ਪ੍ਰੋਡਕਸ਼ਨ ਜ਼ਿਆਦਾ ਕੀਤੀ ਹੈ ਰਾਈਸ ਤੇ wheat ਦੇ ਵਿੱਚ +2 +2 6 + 2 6 + 2 = 8। ਠੀਕ ਹੈ, ਤਦ ਆਪਾਂ ਕਹਿ ਸਕਦੇ ਹਾਂ ਕਿ ਇੰਡੀਆ ਨੂੰ wheat ਦੀ ਪ੍ਰੋਡਕਸ਼ਨ ਦੇ ਵਿੱਚ ਕੰਪੈਰੀਟਿਵ ਐਡਵਾਂਟੇਜ ਐਂਡ ਨੇਪਾਲ ਨੂੰ ਰਾਈਸ ਦੀ ਪ੍ਰੋਡਕਸ਼ਨ ਦੇ ਵਿੱਚ ਹੈ ਕੰਪੈਰੀਟਿਵ ਐਡਵਾਂਟੇਜ। ਤਾਂ ਕਹਿੰਦੇ ਹੁਣ ਕੀ ਹੋਏਗਾ ਜੋ ਇੰਡੀਆ ਹੈ ਉਹ wheat ਦੀ ਪ੍ਰੋਡਕਸ਼ਨ ਨੇਪਾਲ ਪ੍ਰੋਡਕਸ਼ਨ ਕਰਕੇ ਜੋ ਸਰਪਲਸ ਹੈ ਉਹ ਨੇਪਾਲ ਨੂੰ ਉਹਦਾ ਐਕਸਪੋਰਟ ਕਰੇਗੀ ਤੇ ਉਸ ਦੇ ਬਦਲੇ ਨੇਪਾਲ ਤੋਂ ਕੀ ਕਰਨਗੇ ਰਾਈਸ ਨੂੰ ਇੰਪੋਰਟ ਕਰਕੇ ਆਪਣੀਆਂ ਲੋੜਾਂ ਪੂਰੀਆਂ ਕਰੇਗੀ। ਇਸੇ ਤਰ੍ਹਾਂ ਨੇਪਾਲ ਕੀ ਕਰੇਗਾ ਰਾਈਸ ਦੀ ਪ੍ਰੋਡਕਸ਼ਨ ਇੰਡੀਆ ਨੂੰ ਕਰੇਗਾ ਤੇ ਇੰਡੀਆ ਤੋਂ ਉਸ ਦੇ ਬਦਲੇ wheat ਨੂੰ ਇੰਪੋਰਟ ਕਰੇਗਾ। ਇਸੇ ਤਰ੍ਹਾਂ ਇਹ ਕੀ ਕਰਨਗੀਆਂ ਦੋਨੇ ਜਿਹੜੀਆਂ ਹੈ ਆਪਣੀਆਂ ਕੰਟਰੀਜ਼ ਉਹ ਇੱਕ ਦੂਸਰੇ ਦੇ ਨਾਲ ਗੁड्स ਨੂੰ ਐਕਸਚੇਂਜ ਕਰਕੇ ਆਪਣੀਆਂ ਜੋ ਡਿਮਾਂਡਸ ਨੇ ਉਹਨਾਂ ਨੂੰ ਵੀ ਪੂਰੀਆਂ ਕਰਨਗੀਆਂ ਤੇ ਇਹਨਾਂ ਨੂੰ ਦੂਸਰੀ ਕੰਟਰੀ ਦੇ ਬਜਾਏ ਕੀ ਹੋਏਗਾ ਕੰਪੈਰੀਟਿਵ ਐਡਵਾਂਟੇਜ ਵੀ ਕੀ ਹੋਏਗਾ ਜ਼ਿਆਦਾ ਹੋਏਗਾ। ਠੀਕ ਹੈ, ਤਾਂ ਇਹ ਸੀਗੀ ਆਪਣੀ ਐਬਸੋਲੂਟ ਡਿਫਰੈਂਸ ਇਨ ਕਾਸਟ। ਠੀਕ ਹੈ, ਐਂਡ ਇਸ ਦੀ ਤੁਸੀਂ ਡਾਇਗਰਾਮ ਦੇਖ ਸਕਦੇ ਹੋ ਪ੍ਰੋਡਕਸ਼ਨ ਪੋਸੀਬਿਲਿਟੀ ਕਰਵ ਦੇ ਥਰੂ ਇਹ ਦਿਖਾਈ ਹੋਈ ਹੈ।
ਤਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹ ਐਕਸ ਅਕਸ਼ ਤੇ ਵੀਟ ਦੀ ਪ੍ਰੋਡਕਸ਼ਨ ਦਿਖਾਈ ਹੋਈ ਹੈ, ਉਹ ਵਾਈ ਤੇ ਰਾਈਸ ਦੀ ਪ੍ਰੋਡਕਸ਼ਨ ਦਿਖਾਈ ਹੋਈ ਹੈ, ਏਸੀ ਕਰਵ ਹੈ ਜਿਹੜੀ ਉਹ ਪੀਪੀਸੀ ਕਿਸ ਚੀਜ਼ ਦੀ ਹੈ, ਇੰਡੀਆ ਦੀ ਪ੍ਰੋਡਕਸ਼ਨ ਪੋਸਿबिलिटी ਕਰਵ ਸ਼ੋ ਕਰ ਰਿਹਾ ਹੈ, ਐਂਡ ਜਿਹੜੀ ਆਪਣੀ ਨੇਪਾਲ ਦੀ ਹੈ ਪੀਪੀਸੀ ਕਰਵ ਉਹ ਨੇਪਾਲ ਦੀ ਪ੍ਰੋਡਕਸ਼ਨ ਪੋਸਿबिलिटी ਕਰਵ ਸ਼ੋ ਕਰ ਰਿਹਾ ਹੈ, ਟੂ ਗੁड्स ਦੇ ਕੰਬੀਨੇਸ਼ਨਸ ਨੂੰ ਜੋ ਦਿਖਾ ਰਹੀ ਹੈ ਰਾਈਸ ਐਂਡ ਵੀਟ ਦੇ ਕੰਬੀਨੇਸ਼ਨਸ ਨੂੰ। ਕਹਿੰਦੇ AB is the production possibility curve of Nepal and production possibility curve states that with the help of a given quantity of factor of productions in order to produce one more unit of commodity, how many units of another commodity will have be sacrificed. Slope of these curves indicates the opportunity cost of two combinations. Opportunity cost also means that in order to produce one more unit of given commodity, how many units of another commodity are to be sacrificed. This figure is based on the assumption of the law of constant cost. This is why production possibility curve are straight line. AB curve states Nepal's is to produce 1 unit of rice, it will have to be gainer. ठीक है, कहते ਇਹਦੇ ਵਿੱਚ ਕੀ ਆ, if Nepal is to produce 1 unit of rice, Nepal ਆ ਜਿਹੜਾ 1 unit of rice produce ਕਰਦਾ, it will have to sacrifice 0.5 unit of wheat. अगर कहते ਜਿਹੜਾ नेपाल है 1 यूनिट राइस की प्रोडक्शन करेगा तो ਉਹਨੂੰ सैक्रिफाइस कितना करना पड़ेगा, 0.5% wheat ਦਾ सैक्रिफाइस करना पड़ेगा। ठीक है, दूसरी तरफ कहते 1 यूनिट ऑफ राइस इट गेट्स मोर देन 0.5 यूनिट्स ऑफ wheat, it will be sacrifice 2 units of wheat, it will be gainer. Similarly AC indicates that if India choose the production, India की कर दिया, जो प्रोड्यूस कर दिया 1 unit of rice, it will have to sacrifice 2 units of wheat. कहते इंडिया अगर 1 यूनिट ऑफ राइस प्रोड्यूस कर दी तो 2 यूनिट्स ऑफ wheat ਨੂੰ sacrifice करना पड़ेगा. India gets 1 unit rice by parting with less than 2 units of wheat, then India will stand to gain by producing wheat and shaded area A B C जो इस फिगर ਦੇ ਵਿੱਚ ਕੀਤਾ ਗਿਆ ਹੈ ਤਾਂ ਇਹ ਕੀ ਆਪਣਾ जो इंटरनेशनल ट्रेड ਨੂੰ ਅਗਰ ਕਰਦਾ ਇਹ ਐਬਸੋਲੂਟ ਐਡਵਾਂਟੇਜ ਹੈ। ठीक है, तो ਤੁਸੀਂ ਦੇਖ ਸਕਦੇ ਹੋ ਕਿ ਅਗਰ ਆਪਣਾ नेपाल ਤੇ इंडिया 1 यूनिट राइस की प्रोडक्शन करता है तो नेपाल ਨੂੰ ਕਹਿੰਦੇ ਕਿੰਨਾ लॉस है, 0.5% वीट का लॉस है, लेकिन इंडिया ਨੂੰ ਕਹਿੰਦੇ 2% 2 यूनिट वीट का लॉस है। इंडिया ਨੂੰ ज्यादा लॉस है तो इंडिया की करेगा, वीट की प्रोडक्शन करेगा, राइस की प्रोडक्शन नहीं करेगा, लेकिन जो अपना नेपाल है वो वीट की जगह पे राइस की प्रोडक्शन करेगा क्योंकि उसको वीट राइस की प्रोडक्शन के नाल जो वीट का लॉस है उसके कंपैरिजन घट है। तो इन्हों के जो भी कहते इंटरनेशनल ट्रेड है अगर करेगी तो जो शेडेड एरिया है वो साडा है एब्सोल्यूट एडवांटेज जो इंटरनेशनल ट्रेड नूं दस रहा है। ठीक है, इस तरह दोनों कंट्रीज दे विच की होएगी, ट्रेड होएगी क्योंकि एब्सोल्यूट डिफरेंस इन कॉस्ट है। एक यूनिट राइस की कॉस्ट कहते वीट के कंपैरिजन 0.5 नेपाल को पे करनी पई है, लेकिन 2 यूनिट्स ऑफ वीट इंडिया को पे करनी पै रही है। तो इसके रीजन करके इंडिया वीट एंड जो है नेपाल वो राइस की प्रोडक्शन करेगा। ये सी अपनी एब्सोल्यूट डिफरेंस इन कॉस्ट। एंड द सेकंड इज द कंपैरेटिव डिफरेंस इन कॉस्ट। एक कंपैरेटिव डिफरेंस हुंदा कहंदे कॉस्ट दे विच, इहदे करके जिहड़ा इंटरनेशनल ट्रेड है अगर करदा ये अकॉर्डिंग टू रिकार्डो कंपैरेटिव डिफरेंस इन कॉस्ट इज द सोल कॉजेस ऑफ इंटरनेशनल ट्रेड। Comparative difference in cost means that a country is in a position to produce both the goods at less cost than the other country. कहते मान लो कंट्री ए ते कंट्री बी आ, कहते कंपैरेटिव डिफरेंस इन कॉस्ट का मतलब है कि जिहड़ी ए कंट्री आ वो इस पोजीशन दे विच है, वो जे दोने कंट्रीज दे विच 2 गुड्स की प्रोडक्शन हो रही है तो दूसरी दे कंपैरिजन वो दोहे गुड्स नूं लैस कॉस्ट ते प्रोड्यूस कर सकती है। Yet it has greater comparative advantage in the production of one of the 2 goods। कहते लेकिन एक दी प्रोडक्शन दे विच इहनूं की आ ग्रेटर एडवांटेज आ as has less comparative advantage in the production of other goods, लेकिन दूसरी दे उसदी कंपैरिजन उसनूं घट एडवांटेज आ। The other country produces both the good at the higher cost, what it has less comparative disadvantage in the production of one goods, it has greater comparative disadvantage in the production of other goods।
ਇਹਦੇ ਕੰਪੈਰੀਜ਼ਨ ਬੀ ਜੋ ਕੰਟਰੀ ਹੈ ਉਹਦੇ ਵਿੱਚ ਜਦੋਂ ਦੋਨੇ ਗੁड्स ਦੀ ਪ੍ਰੋਡਕਸ਼ਨ ਕਰਦਾ ਹੋ ਤਾਂ ਇਹਦੇ ਕੰਪੈਰੀਜ਼ਨ ਦੋਨੇ ਗੁड्स ਦੇ ਬਦਲੇ ਉਹਦੀ ਕਾਸਟ ਜ਼ਿਆਦਾ ਹੋਏਗੀ, ਕੰਪੈरेटिव ਡਿਸਐਡਵਾਂਟੇਜ ਦੋਨਾਂ ਦੇ ਥਰੂ ਹੋਏਗਾ। ਲੇਕਿਨ ਕਹਿੰਦੇ ਇੱਕ ਗੁੱਡ ਦੇ ਬਦਲੇ ਦੂਸਰੀ ਗੁੱਡ ਦੇ ਕਹਿੰਦੇ ਵਿੱਚ ਕਹਿੰਦੇ ਜਿਹੜਾ ਕੰਪੈरेटिव ਡਿਸਐਡਵਾਂਟੇਜ ਹੁੰਦਾ ਉਹ ਜ਼ਿਆਦਾ ਹੁੰਦਾ ਹੈ। ठीक है, तब कहते की होएगा कंपैरेटिव एडवांटेज रेफर्स टू एडवांटेज इन द प्रोडक्शन ऑफ अ प्रोडक्ट बाय वन कंट्री ओवर अनदर व्हेन दैट प्रोडक्ट कैन बी produced at the lower cost than in other country in the terms of other product। ਤਾਂ ਇਹ ਕੰਟਰੀ ਦੇ ਵਿੱਚ ਦੋਨਾਂ ਦੇ ਵਿੱਚ ਕਹਿੰਦੇ ਕੀ ਹੈ ਕੰਪੈरेटिव ਕਾਸਟ ਘੱਟ ਆ ਰਹੀ ਹੈ, ਕੰਪੈरेटिव ਐਡਵਾਂਟੇਜ ਆ। ਲੇਕਿਨ ਇਹ ਕੰਟਰੀ ਜਦੋਂ ਦੋ ਗੁड्स ਦੀ ਪ੍ਰੋਡਕਸ਼ਨ ਕਰਦੀ ਹੈ ਤਾਂ ਦੋਨਾਂ ਨੂੰ ਕੰਪੇਅਰ ਕਰੇਗੀ, ਜਿਸ ਦੇ ਵਿੱਚ ਕੰਪੈरेटिव ਐਡਵਾਂਟੇਜ ਜ਼ਿਆਦਾ ਹੋਏਗਾ ਉਹਨੂੰ ਪ੍ਰੋਡਿਊਸ ਕਰੇਗੀ ਤੇ बी ਦੇ ਵਿੱਚ ਐਕਸਪੋਰਟ ਕਰੇਗੀ। ਤੇ ਬੀ ਕੰਟਰੀ ਆਪਣੇ ਦੋਨਾਂ ਗੁड्स ਦੇ ਵਿੱਚ ਜੋ ਕੰਪੈरेटिव ਕਾਸਟ ਡਿਸਐਡਵਾਂਟੇਜ ਆ ਰਹੇ ਹੈ ਉਹਨਾਂ ਨੂੰ ਕੰਪੇਅਰ ਕਰੇਗੀ, ਜਿਸ ਵਿੱਚ ਕੰਪੈरेटिव ਕਾਸਟ ਡਿਸਐਡਵਾਂਟੇਜ ਘੱਟ ਹੈ ਉਹਨੂੰ ਪ੍ਰੋਡਿਊਸ ਕਰੇਗੀ, ਜਿਸ ਦੇ ਵਿੱਚ ਜ਼ਿਆਦਾ ਹੈ ਉਹਨੂੰ ਇਹ ਕੰਟਰੀ ਤੋਂ ਇੰਪੋਰਟ ਕਰੇਗੀ। ਤਾਂ ਇਹ ਥਿਊਰੀ ਹੁੰਦੀ ਆ ਕੰਪੈरेटिव ਡਿਫਰੈਂਸ ਇਨ ਕਾਸਟ, ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਵੀ ਦੇਖ ਸਕਦੇ ਹੋ। कंपैरेटिव डिफरेंस इन कॉस्ट दिखाया है, वन डे प्रोडक्शन ऑफ वन लेबर कहते एक दिन ਦੇ ਵਿੱਚ ਲੇਬਰ ਨੂੰ ਯੂਜ਼ ਕਰਕੇ ਉਹਦੀ ਪ੍ਰੋਡਕਸ਼ਨ ਦਿਖਾਈ ਹੋਈ ਆ। ਤਾਂ ਇਸ ਟੇਬਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੰਟਰੀਜ਼ ਦਿੱਤੀਆਂ ਹੋਈਆਂ ਨੇ ਇੰਡੀਆ ਐਂਡ ਨੇਪਾਲ। ਤੇ प्रोडक्शन दो गुड्स की हो रही है, टू कंट्रीज ने ओनली इंडिया एंड नेपाल, टू गुड्स की प्रोडक्शन हो रही है राइस एंड व्हीट। तब प्रोडक्शन बिफोर इंटरनेशनल ट्रेड दिखाई हुई है एंड प्रोडक्शन आफ्टर इंटरनेशनल ट्रेड दिखाई हुई है एंड चेंज इन प्रोडक्शन दिखाया हुआ है। तो तुम इस सब तो पहला देख सकते हो एक क्लीयर किया गया है कि 1 यूनिट ऑफ लेबर यूज किया जा रहा है। तो इंडिया के तुम देख सकते हो टू गुड्स की प्रोडक्शन हो रही है राइस एंड व्हीट ਤੇ 1 यूनिट ऑफ लेबर यूज किया गया। जब इंडिया 1 यूनिट ऑफ लेबर यूज करता था राइस की प्रोडक्शन कितनी होंगी है 10 होंगी है एंड व्हीट की प्रोडक्शन भी की होंगी है 10 होंगी है। दोनों के विच 10 सेम प्रोडक्शन होंगी है, मीनस तो दोनों के राइस एंड व्हीट के कंपैरेटिव एडवांटेज है, दोनों की प्रोडक्शन के किसी चीज़ की भी वो प्रोडक्शन कर सकता है। तो उस तो बाद क्योंकि दोनों के विच कंपैरेटिव जो कॉस्ट है घट है। ਤਾਂ ਨੇਪਾਲ ਦੀ ਗੱਲ ਕਰੀਏ, ਨੇਪਾਲ ਦੇ ਵਿੱਚ 1 यूनिट ऑफ लेबर ਦੇ ਨਾਲ ਰਾਈਸ ਦੀ ਪ੍ਰੋਡਕਸ਼ਨ 4 ਹੋ ਰਹੀ ਹੈ ਐਂਡ ਵੀਟ ਦੀ ਪ੍ਰੋਡਕਸ਼ਨ 8 ਹੋ ਰਹੀ ਹੈ। ਠੀਕ ਹੈ, ਮੀਨਸ ਕਹਿੰਦੇ ਰਾਈਸ ਦੇ ਨਾਲੋਂ ਵੀਟ ਦੀ ਪ੍ਰੋਡਕਸ਼ਨ ਕਿੰਨੀ ਆ ਜ਼ਿਆਦਾ ਹੋ ਰਹੀ ਹੈ। ਤਾਂ ਇੱਕ ਰਾਈਸ ਦੇ ਬਦਲੇ ਕਹਿੰਦੇ ਅਗਰ ਇੱਕ ਰਾਈਸ ਦੀ ਪ੍ਰੋਡਕਸ਼ਨ ਹੋ ਰਹੀ ਹੈ ਤਾਂ ਉਹ ਕਿਹਦੇ ਇਕੁਅਲ ਹੈ 2 ਯੂਨਿਟਸ ਆਫ ਵੀਟ ਦੇ ਇਕੁਅਲ ਹੈ। ਤਾਂ ਕਾਸਟ ਰੇਸ਼ੋ ਦੇਖੀਏ ਇਨ ਪ੍ਰਾਈਸਿਸ ਦੇ ਵਿੱਚ, ਤਾਂ ਕਾਸਟ ਰੇਸ਼ੋ ਦੀ ਗੱਲ ਕਰੀਏ कॉस्ट रेशो ऑफ राइस देखिए दोनों के विच तो कॉस्ट रेशो ऑफ राइस कितनी है 10 डिवाइड बाय 4। कहते इंडिया के जो राइस की प्रोडक्शन है डिवाइड बाय नेपाल के जो राइस की प्रोडक्शन है, तो थ्रू कॉस्ट रेशो पता लग जाएगा 10 डिवाइड बाय 4 इज इक्वल टू 2.5। कहते 2.5 कॉस्ट रेशो है एंड कॉस्ट रेशो ऑफ व्हीट कितनी है 10 डिवाइड बाय 8 इज इक्वल टू 1.25। कहते कॉस्ट रेशो ऑफ व्हीट है। ਤੇ ਕਹਿੰਦੇ ਇਹ ਕੀ ਆਪਾਂ ਨੂੰ ਇਸ ਦੇ ਥਰੂ ਕੀ ਸ਼ੋ ਹੋ ਰਿਹਾ ਹੈ, ਕਹਿੰਦੇ ਕਾਸਟ ਰੇਸ਼ੋ ਆਫ ਰਾਈਸ ਇਨ ਇੰਡੀਆ ਇਜ਼ ਗ੍ਰੇਟਰ ਦੈਨ ਦਾ ਵੀਟ। ਇੰਡੀਆ ਵਿਲ ਗੈਟ ਗ੍ਰੇਟਰ ਕੰਪੈरेटिव एडवांटेज इन द प्रोडक्शन ऑफ राइस दैन वीट। ठीक है, क्योंकि देखो अगर इंडिया ने प्रोडक्शन करनी है तो ਉਹਨੂੰ ਕਿਸ ਦੇ ਵਿੱਚ ਜ਼ਿਆਦਾ ਐਡਵਾਂਟੇਜ ਆ, क्योंकि कॉस्ट रेशो इंडिया ਦੀ ਜ਼ਿਆਦਾ है राइस की प्रोडक्शन ਦੇ ਵਿੱਚ। ਤਾਂ ਤੁਸੀਂ ਦੇਖ ਸਕਦੇ ਹੋ इंडिया विल गेट ग्रेटर कंपैरेटिव एडवांटेज इन द प्रोडक्शन ऑफ राइस दैन wheat। India will concentrate on the production of rice। India राइस की प्रोडक्शन करेगा क्योंकि इंडिया ਨੂੰ पता है कि जे मैं राइस की प्रोडक्शन करूंगा, क्योंकि राइस की प्रोडक्शन नेपाल ਦੇ ਵਿੱਚ ਘੱਟ है ਤੇ wheat ਦੀ प्रोडक्शन ਉਸ ਦੇ ਕੰਪੈਰੀਜ਼ਨ ਰਾਈਸ ਦੇ ਨਾਲੋਂ wheat ਦੀ प्रोडक्शन ਜ਼ਿਆਦਾ ਹੈ नेपाल ਦੇ ਵਿੱਚ। अगर मैं राइस की प्रोडक्शन करूंगा तो मेरे को जो एक्स्ट्रा अमाउंट है अपना एक्स्ट्रा सरप्लस है वो मेरा नेपाल ਦੇ ਵਿੱਚ ਕੀ ਹੋਏਗਾ सेल होएगा, नेपाल ਦੇ ਵਿੱਚ एक्सपोर्ट होएगा। कहते अगर दूजे पासे गल करिए नेपाल हैज लैस कंपैरेटिव डिसएडवांटेज इन द प्रोडक्शन ऑफ वीट। कहते अगर ਜਿਹੜਾ ਹੈ नेपाल ਉਹ ਲੈਸ ਪ੍ਰੋਡਕਸ਼ਨ ਕਰੇਗਾ ਵੀਟ ਦੀ ਤਾਂ ਉਹਨੂੰ ਕੀ ਹੈ ਕੰਪੈरेटिव डिसएडवांटेज ਘੱਟ ਹੈ। ਕਾਸਟ ਰੇਸ਼ੋ ਆਫ नेपाल ਦੀ ਕਿੰਨੀ ਹੈ ਜੇ ਆਪਾਂ ਕੈਲਕੂਲੇਟ ਕਰੀਏ 8 ਡਿਵਾਈਡ ਬਾਈ 10 इज इक्वल टू 0.8 एंड कॉस्ट रेशो ऑफ राइस कितनी है अपनी
4 डिवाइड बाय 10 जो नेपाल दी है इज इक्वल टू 0.4 मींस किया ਰਾਈਸ ਦੀ ਪ੍ਰੋਡਕਸ਼ਨ ਦੇ ਵਿੱਚ ਘੱਟ ਐਂਡ ਵੀਟ ਦੀ ਰਾਈਸ ਦੀ ਪ੍ਰੋਡਕਸ਼ਨ ਦੇ ਵਿੱਚ ਜ਼ਿਆਦਾ ਐਂਡ ਵੀਟ ਦੀ ਪ੍ਰੋਡਕਸ਼ਨ ਦੇ ਵਿੱਚ ਘੱਟ ਹੈ ਕੰਪੈरेटिव ਜੋ ਹੈ ਡਿਸਐਡਵਾਂਟੇਜ ਘੱਟ ਹੈ ਤਾਂ ਕਹਿੰਦੇ ਆਪਾਂ ਕੀ ਹੈ ਇੱਥੇ ਆਪਣੇ ਕੋਲ ਜੋ ਨੇਪਾਲ ਹੈ ਉਸ ਦੇ ਵਿੱਚ ਵੀਟ ਦੀ ਪ੍ਰੋਡਕਸ਼ਨ ਦੇ ਵਿੱਚ ਹੈ ਜੋ ਕੰਪੈरेटिव ਡਿਸਐਡਵਾਂਟੇਜ ਉਹ ਘੱਟ ਹੈ ਐਂਡ ਜਿਹੜਾ ਇੰਡੀਆ ਹੈ ਕੰਪੈरेटिव ਐਡਵਾਂਟੇਜ ਉਸਨੂੰ ਰਾਈਸ ਦੀ ਪ੍ਰੋਡਕਸ਼ਨ ਦੇ ਵਿੱਚ ਕੀ ਹੈ ਜ਼ਿਆਦਾ ਹੈ ਤਾਂ ਇੰਡੀਆ ਕੀ ਕਰੇਗਾ ਰਾਈਸ ਦੀ ਪ੍ਰੋਡਕਸ਼ਨ ਕਰੇਗਾ ਐਂਡ ਨੇਪਾਲ ਕੀ ਕਰੇਗਾ ਵੀਟ ਦੀ ਪ੍ਰੋਡਕਸ਼ਨ ਕਰੇਗਾ ਕਿਉਂਕਿ ਉਸਨੂੰ ਵੀਟ ਦੀ ਪ੍ਰੋਡਕਸ਼ਨ ਦੇ ਵਿੱਚ ਕੀ ਆ ਫਾਇਦਾ ਹੈ ਕਿਉਂਕਿ ਵੀਟ ਦੀ ਪ੍ਰੋਡਕਸ਼ਨ ਜ਼ਿਆਦਾ ਹੋ ਰਹੀ ਹੈ ਤੇ ਉੱਥੇ ਰਾਈਸ ਦੀ ਪ੍ਰੋਡਕਸ਼ਨ ਘੱਟ ਹੋ ਰਹੀ ਹੈ ਠੀਕ ਹੈ ਤਾਂ ਕੀ ਆ ਕਾਸਟ ਰਾਈਸ ਦੀ ਪ੍ਰੋਡਕਸ਼ਨ ਤੇ ਨੇਪਾਲ ਦੇ ਵਿੱਚ ਜ਼ਿਆਦਾ ਆ ਰਹੀ ਹੈ ਲੇਕਿਨ ਵੀਟ ਦੀ ਪ੍ਰੋਡਕਸ਼ਨ ਤੇ ਘੱਟ ਆ ਰਹੀ ਹੈ ਤਾਂ ਕਹਿੰਦੇ ਨੇਪਾਲ ਵੀਟ ਦੀ ਪ੍ਰੋਡਕਸ਼ਨ ਕਰੇਗਾ ਐਂਡ ਜਿਹੜਾ ਹੈ ਇੰਡੀਆ ਉਹ ਰਾਈਸ ਦੀ ਪ੍ਰੋਡਕਸ਼ਨ ਕਰੇਗਾ ਕਿਉਂਕਿ ਉਹ ਇੰਡੀਆ ਤਾਂ ਕਿਸੇ ਵੀ ਚੀਜ਼ ਦੀ ਪ੍ਰੋਡਕਸ਼ਨ ਕਰ ਸਕਦਾ ਪਰ ਕੰਪੈरेटिव ਐਡਵਾਂਟੇਜ ਕਿਸ ਦੇ ਵਿੱਚ ਹੈ ਰਾਈਸ ਦੀ ਪ੍ਰੋਡਕਸ਼ਨ ਦੇ ਵਿੱਚ ਹੈ ਇੰਡੀਆ ਨੂੰ ਤੇ ਉਸ ਤੋਂ ਬਾਅਦ ਕਹਿੰਦੇ ਆਫਟਰ ਪ੍ਰੋਡਕਸ਼ਨ ਇੰਟਰਨੈਸ਼ਨਲ ਟ੍ਰੇਡ ਜਦੋਂ ਰੇਸ਼ੋ ਕਾਸਟ ਰੇਸ਼ੋ ਚੈੱਕ ਕੀਤੀ ਉਹਨਾਂ ਨੇ ਤਾਂ ਕੀ ਕੀਤਾ ਇੰਡੀਆ ਨੇ ਕਹਿੰਦੇ ਰਾਈਸ ਦੀ ਪ੍ਰੋਡਕਸ਼ਨ ਕੀਤੀ ਠੀਕ ਹੈ ਤੇ ਵੀਟ ਦੀ ਪ੍ਰੋਡਕਸ਼ਨ 0 ਰਾਈਸ ਦੀ ਪ੍ਰੋਡਕਸ਼ਨ ਕਹਿੰਦੇ ਇੰਡੀਆ ਦੇ ਵਿੱਚ ਕਿੰਨੀ ਹੋਈ 20 ਹੋਈ 1 ਲੇਬਰ ਹੋਰ ਯੂਜ਼ ਕਰਨ ਦੇ ਨਾਲ ਐਂਡ ਉਸ ਤੋਂ ਬਾਅਦ ਨੇਪਾਲ ਦੇ ਵਿੱਚ ਰਾਈਸ ਦੀ ਪ੍ਰੋਡਕਸ਼ਨ 0 ਐਂਡ ਵੀਟ ਦੀ ਪ੍ਰੋਡਕਸ਼ਨ 8 to 16 ਹੋ ਗਈ ਤਾਂ ਟੋਟਲ ਪ੍ਰੋਡਕਸ਼ਨ ਦੀ ਗੱਲ ਕਰੀਏ ਤਾਂ 20 ਆਪਣੀ ਰਾਈਸ ਦੀ ਪ੍ਰੋਡਕਸ਼ਨ ਹੋ ਰਹੀ ਹੈ ਐਂਡ 16 ਆਪਣੀ ਵੀਟ ਦੀ ਪ੍ਰੋਡਕਸ਼ਨ ਹੋ ਰਹੀ ਹੈ ਜਦਕਿ ਪਹਿਲਾਂ ਜਿਹੜੀ ਹੈ ਰਾਈਸ ਦੀ ਪ੍ਰੋਡਕਸ਼ਨ 14 ਹੋ ਰਹੀ ਸੀ ਐਂਡ ਵੀਟ ਦੀ ਪ੍ਰੋਡਕਸ਼ਨ 18 ਹੋ ਰਹੀ ਸੀ ਤੇ ਉਸ ਤੋਂ ਬਾਅਦ ਆਪਾਂ ਲਾਸ ਨੂੰ ਕਹਿੰਦੇ ਡਿਸਐਡਵਾਂਟੇਜ ਤੇ ਐਡਵਾਂਟੇਜ ਦੇਖੀਏ ਕੰਪੈरेटिव ਐਡਵਾਂਟੇਜ ਤੇ ਡਿਸਐਡਵਾਂਟੇਜ ਇੱਥੇ ਤੁਸੀਂ ਦੇਖ ਸਕਦੇ ਹੋ ਚੇਂਜ ਇਨ ਪ੍ਰੋਡਕਸ਼ਨ ਦੇ ਵਿੱਚ ਰਾਈਸ ਦੀ ਪ੍ਰੋਡਕਸ਼ਨ ਦੇ ਵਿੱਚ 10% ਇਨਕਰੀਜ਼ ਹੋਇਆ ਹੈ ਜਦੋਂ ਇੰਡੀਆ ਨੇ ਰਾਈਸ ਦੀ ਪ੍ਰੋਡਕਸ਼ਨ ਕੀਤੀ ਤੇ ਲਾਸ ਵੀ ਕਿੰਨਾ ਹੋਇਆ 10% ਹੋਇਆ ਤਾਂ ਸੇਮ ਹੈ ਕੰਪੈरेटिव ਐਡਵਾਂਟੇਜ ਹੈ ਐਂਡ ਦੂਸਰੀ ਤਰਫ ਨੇਪਾਲ ਨੂੰ ਕਹਿੰਦੇ ਰਾਈਸ ਦੇ ਵਿੱਚ -4% ਲਾਸ ਲੇਕਿਨ ਵੀਟ ਦੇ ਵਿੱਚ +8 ਠੀਕ ਹੈ 4 ਯੂਨਿਟਸ ਜ਼ਿਆਦਾ ਪ੍ਰੋਡਿਊਸ ਵੀਟ ਹੋਈ ਹੈ ਤਾਂ ਇਹਦੇ ਵਿੱਚ ਕੀ ਆ ਇੰਟਰਨੈਸ਼ਨਲ ਟ੍ਰੇਡ ਦੇ ਥਰੂ ਕਹਿੰਦੇ ਜਿਹੜਾ ਹੈ ਰਾਈਸ ਦੀ ਪ੍ਰੋਡਕਸ਼ਨ 6 ਇਨਕਰੀਜ਼ ਹੋਈ ਹੈ ਐਂਡ ਵੀਟ ਦੀ ਪ੍ਰੋਡਕਸ਼ਨ 2 ਡਿਕਰੀਜ਼ ਹੋਈ ਹੈ ਮੀਨਸ ਕੰਪੈरेटिव ਐਡਵਾਂਟੇਜ ਰਾਈਸ ਦੀ ਪ੍ਰੋਡਕਸ਼ਨ ਦੇ ਵਿੱਚ ਜ਼ਿਆਦਾ ਹੈ ਐਂਡ ਡਿਸਐਡਵਾਂਟੇਜ ਵੀਟ ਦੀ ਪ੍ਰੋਡਕਸ਼ਨ ਦੇ ਵਿੱਚ ਘੱਟ ਹੈ -2 ਹੈ ਇਸ ਤਰ੍ਹਾਂ ਦੋ ਕੰਟਰੀਜ਼ ਦੇ ਵਿੱਚ ਕੀ ਹੋਏਗਾ ਇੰਟਰਨੈਸ਼ਨਲ ਟ੍ਰੇਡ ਹੋਏਗੀ ਕੰਪੈरेटिव ਡਿਫਰੈਂਸ ਇਨ ਕਾਸਟ ਦੇ ਕਰਕੇ ਤਾਂ ਇੱਥੇ ਤੁਸੀਂ ਡਾਇਗਰਾਮ ਵੀ ਦੇਖ ਸਕਦੇ ਹੋ ओ एक्स अक्ष ਤੇ ਵੀਟ ਦਿਖਾਇਆ ਹੋਇਆ ਹੈ ਐਂਡ O Y ਤੇ ਰਾਈਸ ਦਿਖਾਇਆ ਹੋਇਆ ਹੈ ਇੱਥੇ ਵੀ ਪ੍ਰੋਡਕਸ਼ਨ ਪੋਸਿਬਿਲਿਟੀ ਕਰਵ ਦਿਖਾਈ ਹੋਈ ਹੈ ਨੇਪਾਲ ਤੇ ਇੰਡੀਆ ਦੀ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਦੋਨਾਂ ਦੇ ਵਿੱਚ ਤਾਂ AB is the production possibility curve of India and AC of Nepal. It means that to get 1 unit of rice, India has to sacrifice 1 unit of wheat. ਤਾਂ ਤੁਸੀਂ ਦੇਖ ਸਕਦੇ ਹੋ ਕਿ ਇੰਡੀਆ ਨੂੰ ਦੋਨਾਂ ਦੀ ਪ੍ਰੋਡਕਸ਼ਨ ਦੇ ਵਿੱਚ ਕੰਪੈरेटिव ਐਡਵਾਂਟੇਜ ਹੈ ਅਗਰ ਉਹ 1% ਆਪਣਾ ਰਾਈਸ ਪ੍ਰੋਡਕਸ਼ਨ ਕਰਦਾ ਤਾਂ ਉਹ ਕਿਹਦੇ ਇਕੁਅਲ ਉਹਨੂੰ 1 ਯੂਨਿਟ ਆਫ ਜਿਹੜਾ ਵੀਟ ਹੈ ਉਹਨੂੰ ਛੱਡਣਾ ਪਏਗਾ ਐਂਡ ਦੂਸਰੀ ਤਰਫ ਕਹਿੰਦੇ ਜਦੋਂ ਨੇਪਾਲ ਦੀ ਪੀਪੀਸੀ ਦੇਖ ਸਕਦੇ ਹੋ ਨੇਪਾਲ ਕਹਿੰਦੇ ਜਦੋਂ 1 ਯੂਨਿਟ ਆਫ ਰਾਈਸ ਦੀ ਪ੍ਰੋਡਕਸ਼ਨ ਕਰਦਾ ਤਾਂ 2 ਯੂਨਿਟਸ ਆਫ ਵੀਟ ਹੈ ਜਿਹੜਾ ਉਹ ਕੀ ਕਰਨਾ ਪਏਗਾ ਛੱਡਣਾ ਪਏਗਾ ਕਹਿੰਦੇ ਨੇਪਾਲ ਕੈਨ ਗੈਟ 2 ਯੂਨਿਟਸ ਆਫ ਵੀਟ ਬਾਈ ਸੈਕਰੀਫਾਈਸਿੰਗ 1 ਯੂਨਿਟ ਆਫ ਰਾਈਸ ਤਾਂ ਨੇਪਾਲ ਕੀ ਕਰ ਸਕਦਾ ਰਾਈਸ ਦੀ 1 ਯੂਨਿਟ ਦੀ ਪ੍ਰੋਡਕਸ਼ਨ ਦੇ ਬਦਲੇ 2 ਯੂਨਿਟ ਵੀਟ ਦੀ ਪ੍ਰੋਡਕਸ਼ਨ ਕਰ ਸਕਦਾ ਹੈ ਤਾਂ ਜਿਹੜੀ ਇੱਥੇ ਆਪਣੀ 1 AC ਕਰਵ ਹੈ ਉਹ ਬੈਸਟ ਹੈ ਜਿੱਥੇ ਕਹਿੰਦੇ ਆਪਣੀ ਜਿਹੜੀ ਹੈ ਇੰਡੀਆ ਰਾਈਸ ਦੀ ਪ੍ਰੋਡਕਸ਼ਨ ਕਰੇਗੀ ਐਂਡ ਜਿਹੜਾ ਹੈ ਆਪਣਾ नेपाल wheat ਦੀ production ਕਰੇਗਾ ठीक है it is clear that India has greater comparative advantage in the production of rice and Nepal has least comparative disadvantage in the production of wheat why giving 1 unit of rice to Nepal India can get the exchange more than 1 unit of wheat on the other hand by parting with less than 2 units of wheat Nepal can get from India 1 unit of rice ਤਾਂ ਐਡਵਾਂਟੇਜ ਰਾਈਸ ਹੋਏਗਾ ਇਸੇ ਤਰ੍ਹਾਂ ਜਿਹੜਾ ਨੇਪਾਲ ਹੈ ਉਹ 2 ਯੂਨਿਟਸ ਆਫ ਵੀਟ ਐਂਡ ਜਿਹੜਾ ਹੈ ਆਪਣਾ ਇੰਡੀਆ ਉਹ 1 ਯੂਨਿਟ ਆਫ ਰਾਈਸ ਦੀ ਪ੍ਰੋਡਕਸ਼ਨ ਕਰੇਗਾ ਤਾਂ ਵਿੱਚ ਵਾਲਾ ਜੋ ਹੈ ਦਿਸ ਇਜ਼ ਅ ਕੰਪੈरेटिव ਐਡਵਾਂਟੇਜ ਔਰ ਡਿਸਐਡਵਾਂਟੇਜ ਜੋ ਸਾਡਾ ਸ਼ੋ ਕਰ ਰਹੇ ਐਂਡ ਇਹਨਾਂ ਥਿਊਰੀਜ਼ ਦੇ ਨਾਲ ਜੋ ਹੈ ਜੋ ਥਰਡ ਹੈ ਕਹਿੰਦੇ ਕਲਾਸੀਕਲਸ ਨੇ ਇੱਕ ਹੋਰ ਵਿਊ ਦਿੱਤਾ ਹੈ ਦੈਟ ਇਜ਼ ਅ ਇਕੁਅਲ ਡਿਫਰੈਂਸ ਇਨ ਕਾਸਟ ਕਹਿੰਦੇ ਅਗਰ ਇਕੁਅਲ ਡਿਫਰੈਂਸ ਇਨ ਕਾਸਟ ਹੈ ਤਦ ਕਹਿੰਦੇ ਜਿਹੜੀ ਇੰਟਰਨੈਸ਼ਨਲ ਟ੍ਰੇਡ ਹੈ ਮੋਸਟਲੀ ਅਕਰ ਨਹੀਂ ਕਰਦੀ ਹੁੰਦੀ ਹੈ ਪੋਸੀਬਲ ਨਹੀਂ ਹੁੰਦੀ ਹੈਗੀ ਠੀਕ ਹੈ ਤਾਂ ਇਕੁਅਲ ਡਿਫਰੈਂਸ ਇਨ ਕਾਸਟ ਕੀ ਹੁੰਦਾ ਹੈ ਕਹਿੰਦੇ ਵੈਨ ਦਾ ਪ੍ਰੋਡਕਸ਼ਨ ਰੇਸ਼ੀਓ ਆਫ ਟੂ ਗੁੱਡਸ ਇਨ ਟੂ ਕੰਟਰੀਜ਼ ਇਜ਼ ਇਕੁਅਲ ਕਹਿੰਦੇ ਜਦੋਂ ਟੂ ਕੰਟਰੀਜ਼ ਦੇ ਵਿੱਚ ਜਿਹੜੀ ਪ੍ਰੋਡਕਸ਼ਨ ਰੇਸ਼ੀਓ ਇਕੁਅਲ ਹੋਵੇ ਤਾਂ ਕਹਿੰਦੇ ਦੇਰ ਇਜ਼ no difference in cost then ਕਹਿੰਦੇ ਇੰਟਰਨੈਸ਼ਨਲ ਟ੍ਰੇਡ ਪੋਸੀਬਲ ਨਹੀਂ ਹੈਗੀ ਇਸ ਸਿਚੁਏਸ਼ਨ ਦੇ ਵਿੱਚ ਤਾਂ ਤੁਸੀਂ ਇਕੁਅਲ ਡਿਫਰੈਂਸ ਇਨ ਕਾਸਟ ਦੇ ਵਿੱਚ ਫੋਰ ਐਗਜ਼ਾਮਪਲ ਜਿਵੇਂ ਕਿ 1 ਡੇ ਪ੍ਰੋਡਕਸ਼ਨ ਆਫ 1 ਲੇਬਰ
इन यूनिट्स ਦੇ ਵਿੱਚ ਦੇਖ ਸਕਦੇ ਹੋ। ਤਾਂ ਇੱਥੇ ਟੂ ਕੰਟਰੀਜ਼ ਨੇ ਸੇਮ, ਇੰਡੀਆ ਐਂਡ ਨੇਪਾਲ। ਜਿਹੜੀ ਰਾਈਸ ਦੀ ਪ੍ਰੋਡਕਸ਼ਨ ਹੈ ਇੰਡੀਆ ਦੇ ਵਿੱਚ ਕਿੰਨੀ ਹੋ ਰਹੀ ਹੈ 4 ਐਂਡ ਵੀਟ ਦੀ ਪ੍ਰੋਡਕਸ਼ਨ 8 ਹੋ ਰਹੀ ਹੈ, ਐਂਡ ਨੇਪਾਲ ਦੇ ਵਿੱਚ ਰਾਈਸ ਦੀ ਪ੍ਰੋਡਕਸ਼ਨ 3 ਐਂਡ ਵੀਟ ਦੀ ਪ੍ਰੋਡਕਸ਼ਨ 6 ਹੋ ਰਹੀ ਹੈ। ਤਾਂ ਰੇਸ਼ੋ ਦੇਖੀਏ ਆਪਾਂ ਇੱਥੇ 4 ਡਿਵਾਈਡ ਬਾਈ 8 ਡਿਵਾਈਡ ਬਾਈ 4 ਇਜ਼ ਇਕੁਅਲ ਟੂ 2 ਐਂਡ 6 ਡਿਵਾਈਡ ਬਾਈ 3 ਇਜ਼ ਇਕੁਅਲ ਟੂ 2। ਤਾਂ ਇੱਥੇ ਕੀ ਹੈ ਸੇਮ ਹੈ, 2 ਰੇਸ਼ੋ ਹੈ, ਕਾਸਟ ਰੇਸ਼ੋ ਤਾਂ ਸੇਮ ਰੇਸ਼ੋ ਹੈ। ਤਾਂ ਦੋਨੇ ਗੁड्स ਦੀ ਪ੍ਰੋਡਕਸ਼ਨ ਕਰ ਸਕਦੇ ਨੇ। ਤਾਂ ਉਹਨਾਂ ਦੇ ਵਿੱਚ ਕੀ ਆ ਕਹਿੰਦੇ ਕੋਈ ਵੀ ਕੰਪੈਰੀਟਿਵ ਐਡਵਾਂਟੇਜ ਤੇ ਡਿਸਐਡਵਾਂਟੇਜ ਨਹੀਂ ਹੈਗਾ। देयर विल बी देयरफॉर बी नो नीड पॉसिबल to trade, thus evident that international trade is possible only when there is a either absolute difference in cost or comparative difference in cost। ਕਹਿੰਦੇ ਇਹਦੇ ਵਿੱਚ ਕੀ ਹੋਏਗਾ ਜਦੋਂ ਆਪਣੀ ਇਕੁਅਲ ਡਿਫਰੈਂਸ ਇਨ ਕਾਸਟ ਹੋਏਗਾ ਤਾਂ ਪੀਪੀਸੀ ਕਰਵ 1 ਹੀ ਬनेगी, दूसरी नहीं बनेगी। ਤਾਂ ਇਹਨੂੰ ਥਿਊਰੀ ਨੂੰ ਕ੍ਰਿਟਿਸਾਈਜ਼ ਵੀ ਕੀਤਾ ਗਿਆ ਹੈ। ਜਿਹੜੇ ਆਪਣੇ ਮਾਡਰਨ ਇਕੋਨੋਮਿਸਟ ਨੇ ਉਹਨਾਂ ਨੇ ਇਹਨਾਂ ਥਿਊਰੀਜ਼ ਨੂੰ ਕ੍ਰਿਟਿਸਾਈਜ਼ ਕੀਤਾ ਹੈ ਜੋ ਆਪਣੀ ਐਬਸੋਲਿਊਟ and comparative difference in cost theory है। तो Ricardo's theory of comparative cost is an important theory of international trade। वैसे important मानेगा क्योंकि यही मेन reasons ने जिसके करके international trade आखिर कर दिया। In the words of Samuelson, the theory of comparative advantage has in its most important glimpse of truth। Despite being rational from the logical point of view, it may be shortcomings। ਕਹਿੰਦੇ ਲੇਕਿਨ ਇਹਦੇ ਵਿੱਚ ਕੁਛ ਨਾ ਕੁਛ ਖਾਮੀਆਂ ਨੇ ਜੋ ਮਾਡਰਨ ਇਕੋਨੋਮਿਸਟ ਨੇ ਇਹਨਾਂ ਨੂੰ ਕਿਹਾ ਹੈ। ਤਾਂ ਇਹਦੇ ਵਿੱਚ ਔਲਿਨ, ਫਰੈਂਕ ਐਂਡ ਗ੍ਰਾਹਮ ਨੇ ਕਹਿੰਦੇ ਕ੍ਰਿਟਿਸਾਈਜ਼ਡ ਕੀਤਾ ਇਹਨਾਂ ਥਿਊਰੀਜ਼ ਨੂੰ। ਕੀ ਕਹਿੰਦੇ ਨੇ ਉਹ ਓਨਲੀ ਆ ਨੋਰਮੇਟਿਵ ਥਿਊਰੀ। ਕਹਿੰਦੇ ਜਿਹੜੀ ਇਹ ਕੰਪੈਰੀਟਿਵ ਡਿਫਰੈਂਸ ਇਨ ਕਾਸਟ ਥਿਊਰੀ ਹੈ, ਕਲਾਸੀਕਲ ਥਿਊਰੀ ਹੈ। ਕਹਿੰਦੇ ਇਹ ਕੀ ਆ normative theory, it does not explain how economic welfare can be promoted as a result of international trade and how the resources of the country can be put to optimum use। कि उन्होंने ये दसिया कि हाँ कॉस्ट के डिफरेंस होने करके इंटरनेशनल ट्रेड अगर करता, लेकिन उन्होंने ये नहीं दसिया कि इकनॉमिक वैलफेयर ਨੂੰ ਕਿੱਦਾਂ ਪ੍ਰਮੋਟ ਕਰਦਾ ਇੰਟਰਨੈਸ਼ਨਲ ਟ੍ਰੇਡ। ਕਹਿੰਦੇ ਤੇ ਕਿੱਦਾਂ ਜਿਹੜੇ ਰਿਸੋਰਸਿਸ ਅਵੇਲੇਬਲ ਨੇ ਡਿਫਰੈਂਟ ਕੰਟਰੀਜ਼ ਦੇ ਵਿੱਚ ਉਹਨਾਂ ਦਾ ਆਪਟੀਮਮ ਯੂਜ਼ ਕੀਤਾ ਜਾ ਸਕਦਾ ਹੈ। ਠੀਕ ਹੈ। ਤੇ ਨੇਚਰ ਆਫ ਐਕਸਪੋਰਟ ਤੇ ਇੰਪੋਰਟ ਨਹੀਂ ਦੱਸਿਆ ਕਿ ਕਿਸ ਤਰ੍ਹਾਂ ਦੇ ਗੁड्स ਦਾ ਐਕਸਪੋਰਟ ਤੇ ਇੰਪੋਰਟ ਹੋਏਗਾ ਤੇ ਵਾਟ ਆਰ देयर ਪ੍ਰੋਬਲਮਸ ਤੇ ਇਹਨਾਂ ਦੇ ਵਿੱਚ ਕੀ ਪ੍ਰੋਬਲਮਸ ਫੇਸ ਕਰਨੀਆਂ ਪੈਣਗੀਆਂ। ਇਟ ਇਜ਼ ਨਾਟ ਅ ਪੋਜ਼ਿਟਿਵ ਐਕਸਪਲੇਨੇਸ਼ਨ ਆਫ ਇੰਟਰਨੈਸ਼ਨਲ ਟ੍ਰੇਡ। ਕਹਿੰਦੇ ਤਾਂ ਕਹਿੰਦੇ ਉਸ ਤੋਂ ਬਾਅਦ ਸੈਕੰਡ ਹੈ ਬੇਸਡ ਔਨ ਲੇਬਰ ਥਿਊਰੀ ਆਫ ਵੈਲਿਊ। ਕਹਿੰਦੇ ਇਹਦੇ ਵਿੱਚ ਕੀ ਆ theory of comparative cost is based on the theory of labor cost। according to this theory, cost of good depends on the amount of labor necessary to produce it। but ਕਹਿੰਦੇ ਜਿਹੜਾ ਹੈ ਲੇਬਰ ਤੋਂ ਇਲਾਵਾ ਕਿਉਂਕਿ ਅਦਰ ਫੈਕਟਰ ਆਫ ਪ੍ਰੋਡਕਸ਼ਨਸ ਵੀ ਹੁੰਦੇ ਨੇ ਜਿਨ੍ਹਾਂ ਦਾ ਇਫੈਕਟ ਪੈਂਦਾ ਹੈ ਪ੍ਰੋਡਕਸ਼ਨ ਤੇ, ਜਿਵੇਂ ਕਿ ਲੈਂਡ ਹੋ ਗਿਆ, ਕੈਪੀਟਲ ਹੋ ਗਿਆ, ਠੀਕ ਹੈ, ਐਂਡ ਪ੍ਰਾਈਸਿਸ ਹੋ ਗਿਆ। ਕਹਿੰਦੇ ਉਹਨਾਂ ਦੀ ਗੱਲ ਨਹੀਂ ਕੀਤੀ ਗਈ। ਠੀਕ ਹੈ। ਐਂਡ ਉਸ ਤੋਂ ਬਾਅਦ ਇਮੋਬਿਲਿਟੀ ਆਫ ਲੇਬਰ ਐਂਡ ਕੈਪੀਟਲ। ਇਹਨਾਂ ਨੇ ਇਹ ਕਿਹਾ ਹੈ ਕਿ ਇੱਕ ਕੰਟਰੀ ਦੇ ਵਿੱਚ ਆਪਾਂ ਜਿਹੜੀ ਲੇਬਰ ਹੈ ਉਹਨੂੰ ਐਕਸਚੇਂਜ ਕਰ ਸਕਦੇ ਹਾਂ ਰੀਜ਼ਨ ਟੂ ਰੀਜ਼ਨ, ਲੇਕਿਨ ਕਹਿੰਦੇ ਲੇਬਰ ਐਂਡ ਕੈਪੀਟਲ ਨੂੰ ਆਪਾਂ ਡਿਫਰੈਂਟ ਕੰਟਰੀਜ਼ ਦੇ ਵਿੱਚ ਮੂਵ ਨਹੀਂ ਕਰ ਸਕਦੇ। ਕਹਿੰਦੇ ਦਾ ਫੈਕਟ ਇਜ਼ ਦੈਟ ਲੇਬਰ ਐਂਡ ਕੈਪੀਟਲ ਆਰ ਨਾਟ ਪਰਫੈਕਟਲੀ ਮੋਬਾਈਲ ਇਨ ਦ ਡਿਫਰੈਂਟ ਰੀਜਨਸ ਆਫ ਦ ਸੇਮ ਕੰਟਰੀ nor are they perfectly immobile among different countries। ਕਹਿੰਦੇ ਕਿਉਂਕਿ ਵਿਦਿਨ ਅ ਕੰਟਰੀ ਐਂਡ ਡਿਫਰੈਂਟ ਕੰਟਰੀਜ਼ ਦੇ ਵਿੱਚ ਐਂਡ ਲੇਬਰ ਐਂਡ ਕੈਪੀਟਲ ਹੁਣ ਆਪਾਂ ਮੂਵ ਕਰ ਸਕਦੇ ਹਾਂ। ਐਂਡ ਟਰਾਂਸਪੋਰਟ ਕਾਸਟ ਇਗਨੋਰ। ਇਹਨਾਂ ਨੇ ਬੋਲਿਆ ਨੋ ਟਰਾਂਸਪੋਰਟ ਕਾਸਟ, ਲੇਕਿਨ ਕਹਿੰਦੇ ਜਦੋਂ ਆਪਾਂ ਇੰਟਰਨੈਸ਼ਨਲ ਟ੍ਰੇਡ ਕਰਨੀ ਆ ਉੱਥੇ ਟਰਾਂਸਪੋਰਟ ਕਾਸਟ ਆਉਂਦੀ ਹੈ। ਠੀਕ ਹੈ। ਸਮ ਕਮੋਡਿਟੀਜ਼ ਟਰਾਂਸਪੋਰਟ ਕਾਸਟ ਹਾਈ ਵੀ ਹੁੰਦੀ ਹੈ, ਕੁਛ ਦੀ ਲੈਸ ਵੀ ਹੁੰਦੀ ਹੈ। ਠੀਕ ਹੈ। ਤੇ ਇਹਨਾਂ ਦੇ ਵਿੱਚ ਬਹੁਤ ਪ੍ਰੋਡਕਸ਼ਨ ਤੇ ਟਰਾਂਸਪੋਰਟ ਕਾਸਟ ਆ ਜਿਹੜੀ ਐਡ ਹੁੰਦੀ ਆ ਕਿਉਂਕਿ ਸ਼ਿਪਿੰਗ ਵਗੈਰਾ ਤੇ ਵੀ ਕਾਸਟ ਆਉਂਦੀ ਆ। ਕਹਿੰਦੇ ਇਹ ਜਿਹੜਾ ਹੈ ਅਸੰਪਸ਼ਨਸ ਇਹ ਇੱਥੇ ਅਪਲਾਈ ਨਹੀਂ ਹੁੰਦੀ। ਐਂਡ ਦ ਨੈਕਸਟ ਇਜ਼ ਬੇਸਡ ਔਨ ਦ ਲਾ ਆਫ ਕਾਂਸਟੈਂਟ ਕਾਸਟ। ਇਹਨਾਂ ਨੇ ਬੋਲਿਆ ਕਿ ਕਾਂਸਟੈਂਟ ਕਾਸਟ ਲਾ ਅਪਲਾਈ ਹੁੰਦਾ ਹੈ, ਜਿੰਨੇ ਇਨਪੁਟਸ ਓਨੀ ਹੀ ਆਊਟਪੁੱਟ। The theory assumed that cost of production per unit remain constant even if production is increased or decreased। ਕਹਿੰਦੇ ਇਹ ਅਨਰੀਅਲਿਸਟਿਕ ਅਜ਼ੰਪਸ਼ਨ ਹੈ, ਇਹ ਅਨਸਾਇੰਟਿਫਿਕ ਹੈ। ਕਹਿੰਦੇ one finds that production is a subject to the law of increasing cost or law of diminishing cost। ਕਹਿੰਦੇ law of increasing cost means decreasing returns and law of diminishing cost means increasing returns ਵੀ ਕਹਿੰਦੇ ਅਪਲਾਈ ਹੋਣਗੇ। ਉਸ ਤੋਂ ਬਾਅਦ ਹੈ ਸਟ੍ਰੈਟੇਜਿਕ ਫੈਕਟਰ ਆਰ ਇਗਨੋਰਡ। ਕਹਿੰਦੇ ਅਦਰ ਫੈਕਟਰਸ ਨੇ ਜਿਹੜੇ ਉਹ ਇਗਨੋਰ ਕੀਤੇ ਨੇ, ਜਿਵੇਂ ਕਿ ਐਵਰੀ ਕਮੋਡਿਟੀ ਹੂਜ਼ ਕੰਪੈਰੀਟਿਵ ਕਾਸਟ ਇਜ਼ ਹਾਈ ਸ਼ੁੱਡ ਬੀ ਇੰਪੋਰਟਡ ਫਰੋਮ ਅਬਰੋਡ। This theory does not hold good
for military equipments and strategic goods, because no country like to depend on any other foreign countries from the security and defense point of व्यू। जिमें कि इन्होंने बोला कि कंपैरेटिव डिसएडवांटेज घट होएगा, कंपैरेटिव कॉस्ट ज़्यादा है, लेकिन जी डिफेंस के गुड्स ने उन्होंने बनाते साड़ी जी है कॉस्ट ज़्यादा आ रही है, लेकिन आप इन्होंने इग्नोर नहीं कर सकते। तो सिक्योरिटी के डिफेंस के गुड्स आप अपनी कंट्री के ही बनाने, आप दूसरी कंट्री पर डिपेंड नहीं रह सकते। कहते एवरी कंट्री विशेस टू बी सेल्फ सफिशिएंट इन द मैटर ऑफ डिफेंस ऑफ द कंट्री, इवन if it is comparative cost of producing defense goods is high, defense is more important than applusions। एंड उस तो बाद है इम्पॉसिबिलिटी ऑफ कंप्लीट स्पेशलाइजेशन। इन्होंने बोलिया कि मेन रीजन की स्पेशलाइजेशन है कि जिस कंट्री के नैचुरल रिसोर्सिस जिस टाइप के ज़्यादा होंगे तो उसी तरह के प्रोडक्ट्स की प्रोडक्शन की होएगी, स्पेशलाइजेशन गेन करेगी। कहते इट इज़ नॉट पॉसिबल फॉर द कंट्रीज participating in the international trade to specific fully in the production of same goods। Supposing India and Nepal enter into international trade, India specialized in the production of cotton cloth and Nepal in the production of woolen cloth। Nepal being a small country cannot meet fully the demand of India's for woolen cloth। अगर नेपाल ਦੇ ਵਿੱਚ woolen clothes ਦੀ production ਹੋ ਰਹੀ ਹੈ ਤਾਂ ਇੰਡੀਆ ਦੇ ਪਰਸਨਸ ਦੀ ਡਿਮਾਂਡ ਨੂੰ ਪੂਰਾ ਨਹੀਂ ਕਰ ਪਾਉਂਦੇ। ठीक है। एंड इग्नोर द डिस्ट्रीब्यूशन ऑफ द गेन्स ऑफ द ट्रेड। कहते इंटरनेशनल ट्रेड के कहते कई कहते जी अपना गेन्स होंगे ने, ठीक है, डिफरेंस इन द कॉस्ट ऑफ द प्रोडक्शन के करके डज नॉट क्लियर फॉर हाउ द गेन्स फ्रॉम इंटरनेशनल ट्रेड विल बी डिस्ट्रीब्यूटेड बिटवीन द टू कंट्रीज और ऑन द बेसिस टर्म्स ऑफ ट्रेड विल बी सैटल्ड। मॉडर्न इकोनॉमिस्ट ने कहते क्लियरफाई किया है, उन्होंने कहा है कि टर्म्स ऑफ ट्रेड जड़ियाँ होंदियां ने वो थ्री टाइप दी होंदियां ने, फेवरेबल टर्म्स ऑफ ट्रेड, अनफेवरेबल टर्म ऑफ ट्रेड एंड बैलेंस टर्म ऑफ ट्रेड। कहते तिन्ना दी गल नहीं कीती हैगी। कहते ये जड़ियाँ है सिचुएशनस ये फेस करनियां पैंदियां ने जो इंटरनेशनल ट्रेड होंदी है, क्योंकि एक्सपोर्ट इंपोर्ट का जोड़ा है अफैक्ट पैंदा है साडी इकोनॉमी ते। मोर दैन टू गुड्स, इन्होंने बोलिया है कि टू कंट्रीज एंड ओनली टू गुड्स, बट कहते अपनी वर्ल्ड की बजाय इकोनॉमी कंट्रीज कहते सिर्फ टू कंट्रीज नहीं होंगी, बहुत सारिया कंट्रीज होंगे ने, तब कहते अपने सिर्फ टू गुड्स की प्रोडक्शन नहीं होंगी या टू गुड्स का इंपोर्ट एक्सपोर्ट नहीं होंगे। कहते ये जी अजम्पशनस लिती गई है टू कंट्रीज एंड टू गुड्स की, ये कहते रियलिस्टिक अजम्पशन नहीं है बेस्ड ऑन द फ्री ट्रेड। कहते क्लासिकल इकोनॉमिस्ट अज्यूम दैट इंटरनेशनल ट्रेड वाज बी फ्री फ्रॉम ऑल रिस्ट्रिक्शंस। मीनस गवर्नमेंट की कोई भी इंटरफेरेंस है ट्रेड के नहीं हैगी, लेकिन कहते गवर्नमेंट की इंटरफेरेंस है जो अपना बैलेंस ऑफ ट्रेड जो अनफेवरल हो जाता है, अपने जो है लाइबिलिटीज ज़्यादा एंड जो है अपन रिसीवेबल्स जोड़े घट जांदियां ने, ठीक है। तब कहते की होंगे गवर्नमेंट को एक्शन लैन की लौड़ पैंदी आ। सैवरल सिचुएशंस ने कहते इम्परफेक्ट कंपीटिशन, ट्रेड रिस्ट्रिक्शंस, कहते स्टेट ट्रेडिंग, एक्सपोर्ट इंपोर्ट ड्यूटीज, इकनॉमिक प्लैनिंग जिहदे थ्रू कहते जड़ियाँ डिफरेंट थ्योरीज ने वो इंटरनेशनल ट्रेड पे अप्लाई कीतियां जांदियां ने। एंड द नेक्स्ट इज अ स्टैटिक कंडीशन। कहते अनदर असम्पशंस की इस थ्योरी दी, टेस्ट ऑफ द पीपल एंड प्रोडक्शन कंडीशंस इन टू कंट्रीज रिमेन्स अनचेंज्ड। कि जो टेस्ट एंड प्रैफरेंस है टू कंट्रीज के जिन्ने भी पीपल्स ने उनका सेम रहेगा, पर लेकिन ये असम्पशन है जी गलत है, क्योंकि जोड़े है चाहे लैंड है, कैपिटल है, लेबर है, ये स्टैटिक नहीं रहते, इन्होंने चेंज आता है। अपना टेस्ट प्रैफरेंस एंड स्किल्स कहते हर एक चीज़ चेंज होंगी है। वन साइडेड कहते रिकार्डो थ्योरीज ऑफ इंटरनेशनल ट्रेड इज वन साइडेड। It takes into account the supply side of the trade but ignores the demand side. It tells what goods a country imports or export, what does not explain as the how terms of trade and rate of exchange are determined। कहते हैं इन्होंने ये दसता कि सप्लाई किद्दां होएगी, गुड्स का एक्सपोर्ट किद्दां होएगा, लेकिन ये नहीं दसिया कि दूसरी कंट्री गुड्स का इंपोर्ट क्यों करेगी, वो किस चीज़ की डिमांड ज़्यादा करेगी तो किस चीज़ की जी डिमांड है वो घट करेगी। एंड मॉडिफिकेशन ऑफ द थ्योरी ऑफ कंपैरेटिव कॉस्ट, कहते कंपैरेटिव कॉस्ट थ्योरी क्यों बनी है, ये तो सीगे अपने क्रिटिसिज्म तो उस है रीजनस की सी। कहते मॉनेटरी मेजर ऑफ कॉस्ट, कहते मॉनेटरी मेजर्स ऑफ कॉस्ट है इन्हों मेजर किया गया। अपॉर्चुनिटी कॉस्ट होंगी है, क्योंकि आप अपॉर्चुनिटी कॉस्ट देखते बेस्ट अल्टरनेटिव यूज करते हैं फॉर द प्रोडक्शन जिसे कॉस्ट घट आए।
multiple commodities and countries, effect on wages, effect on transport cost, effect of the law of production, effect of elasticity of demand। कहते elasticity of demand है ਜਿਹੜਾ ਉਹਦਾ ਵੀ effect ਪੈਂਦਾ ਹੈ international trade ਤੇ टू कंट्रीज ਦੇ ਵਿੱਚ ਜੋ ਵੀ ਗੁੱਡਸ ਦੀ ਕਹਿੰਦੇ ਡਿਮਾਂਡ ਹੋ ਰਹੀ ਹੈ ਉਸ ਤੇ ਐਂਡ ਪ੍ਰਾਈਸਿਸ ਚੇਂਜ ਹੋਣ ਦੇ ਨਾਲ ਇਫੈਕਟ ਆਫ ਦਾ ਲਾਅ ਆਫ ਪ੍ਰੋਡਕਸ਼ਨਸ ਕਹਿੰਦੇ ਡਿਫਰੈਂਟ ਲਾਅ ਨੇ ਜਿਹੜੇ ਪ੍ਰੋਡਕਸ਼ਨ ਦੇ ਵਿੱਚ ਅਪਲਾਈ ਹੁੰਦੇ ਨੇ ਲਾਅ ਆਫ ਇਨਕਰੀਜ਼ਿੰਗ ਰਿਟਰਨਸ ਐਂਡ ਡਿਮਿਨਿਸ਼ਿੰਗ ਕਾਸਟ ਲਾਅ ਆਫ ਕਾਂਸਟੈਂਟ ਕਾਸਟ ਐਂਡ ਕਾਂਸਟੈਂਟ ਰਿਟਰਨਸ law of increasing cost and diminishing returns effect of transport cost ਕਹਿੰਦੇ transport cost ਦਾ ਵੀ effect ਪੈਂਦਾ ਹੈ ਕਿਉਂਕਿ ਟਰਾਂਸਪੋਰਟ ਜਿਹੜੀ ਕਾਸਟ ਹੈ ਉਹਦੇ ਥਰੂ ਵੀ ਜਿਹੜੀ ਆਪਣੀ ਹੈ ਕਾਸਟ ਵੀ ਇਨਕਰੀਜ਼ ਹੁੰਦੀ ਹੈ ਐਂਡ ਗੁੱਡਸ ਦੇ ਪ੍ਰਾਈਸਿਸ ਵੀ ਇਨਕਰੀਜ਼ ਹੁੰਦੇ ਨੇ ਜਿਹਦੇ ਥਰੂ ਆਪਣੀ ਜਿਹੜੀ ਡਿਮਾਂਡ ਹੈ ਉਹ ਵੀ ਅਫੈਕਟ ਕਰਦੀ ਆ ਐਂਡ ਅਫੈਕਟ ਆਫ ਵੇਜਿਸ ਕਹਿੰਦੇ ਲੇਬਰ ਦੇ ਥਰੂ ਜੋ ਵੇਜਿਸ ਨੇ ਉਹ ਵੀ ਇਨਕਰੀਜ਼ ਹੁੰਦੀਆਂ ਨੇ ਵੇਜਿਸ ਸਟੈਟਿਕ ਨਹੀਂ ਰਹਿੰਦੀਆਂ ਜਦੋਂ ਵੇਜਿਸ ਇਨਕਰੀਜ਼ ਡਿਕਰੀਜ਼ ਹੁੰਦੀਆਂ ਨੇ ਤਾਂ ਆਪਣੀ ਜਿਹੜੀ ਗੁੱਡਸ ਦੀ ਪ੍ਰੋਡਕਸ਼ਨ ਦੇ ਪ੍ਰਾਈਸਿਸ ਮੀਨਸ ਕਾਸਟ ਤੇ ਅਫੈਕਟ ਪਏਗਾ ਜਿਹਦੇ ਨਾਲ ਇੰਟਰਨੈਸ਼ਨਲ ਟ੍ਰੇਡ ਤੇ ਵੀ ਕੀ ਪਏਗਾ ਅਫੈਕਟ ਪਏਗਾ ਇਹ ਸੀਗੀ ਆਪਣੀਆਂ ਜਿਹੜੀ ਇੰਟਰਨੈਸ਼ਨਲ ਟ੍ਰੇਡ ਦੀਆਂ ਮੇਨ ਥਿਊਰੀਜ਼ ਤਾਂ ਸਭ ਤੋਂ ਪਹਿਲਾਂ ਆਪਾਂ ਨੇ ਦੇਖਿਆ ਸੀ ਕਿ ਇੰਟਰਨੈਸ਼ਨਲ ਟ੍ਰੇਡ ਜੋ ਡਿਫਰੈਂਟ ਜਿਹੜੀਆਂ ਹੈ ਕੰਟਰੀਜ਼ ਉਹਨਾਂ ਦੇ ਵਿੱਚ ਮੋਰ ਦੈਨ 2 ਕੰਟਰੀਜ਼ ਦੇ ਵਿੱਚ ਜਦੋਂ ਗੁੱਡਸ ਐਂਡ ਸਰਵਿਸਿਜ਼ ਨੂੰ ਐਕਸਚੇਂਜ ਕੀਤਾ ਜਾਂਦਾ ਦੈਟ ਇਜ਼ ਕਾਲਡ ਇੰਟਰਨੈਸ਼ਨਲ ਟ੍ਰੇਡ ਤਾਂ ਮੇਨ ਰੀਜ਼ਨ ਕੀ ਸੀਗਾ ਇੰਟਰਨੈਸ਼ਨਲ ਟ੍ਰੇਡ ਦਾ ਇਹਦੇ ਲਈ 2 ਸਕੂਲਸ ਆਫ ਥਾਟਸ ਦੇ ਵਿੱਚ ਕਹਿੰਦੇ 2 ਥਿਊਰੀਜ਼ ਦੱਸੀਆਂ ਨੇ ਫਰਸਟ ਇਜ਼ ਦਾ ਕਲਾਸੀਕਲ ਥਿਊਰੀਜ਼ ਐਂਡ ਸੈਕੰਡ ਇਜ਼ ਦਾ ਮਾਡਰਨ ਥਿਊਰੀਜ਼ ਅੱਜ ਆਪਣੇ ਕਲਾਸੀਕਲ ਥਿਊਰੀਜ਼ ਕੀਤੀਆਂ ਨੇ ਜਿਹਦੇ ਵਿੱਚ 3 ਆਪਾਂ ਨੂੰ ਟਾਈਪਸ ਆਫ cost ਦੱਸੀ ਹੈ absolute difference in cost and second is the comparative difference in cost and ਉਸ ਤੋਂ ਬਾਅਦ ਕਹਿੰਦੇ ਮਾਡਰਨ ਥਿਊਰੀ ਮਾਡਰਨ ਇਕੋਨੋਮਿਸਟ ਉਹਲੀ ਨੇ ਇਹਨੂੰ ਕ੍ਰਿਟਿਸਾਈਜ਼ ਵੀ ਕੀਤਾ ਹੈ ਕਿ ਇਹ ਜਿਹੜੀ ਹੈ ਆਪਣੀ ਰੀਅਲਿਸਟਿਕ ਥਿਊਰੀ ਨਹੀਂ ਹੈਗੀ ਜੋ ਕਲਾਸੀਕਲਸ ਨੇ ਦਿੱਤੀ ਹੈ ਤੇ ਇਸ ਤੋਂ ਬਾਅਦ ਆਪਣਾ ਨੈਕਸਟ ਲੈਕਚਰ ਹੈ ਕੱਲ ਮਾਡਰਨ ਥਿਊਰੀ ਜਿਹਨੂੰ ਆਪਾਂ ਹੈਕਸ਼ਨ ਓਲਿਨ ਥਿਊਰੀ ਵੀ ਕਹਿੰਦੇ ਆ ਤੇ ਅੱਜ ਦਾ ਆਪਣਾ ਟੌਪਿਕ ਇੱਥੇ ਹੀ ਖਤਮ ਹੁੰਦਾ ਹੈ ਧੰਨਵਾਦ